2017 ਦੀਆਂ ਚੋਣਾਂ ਦੇ ਵਿੱਚ ਤਾਂ ਸਭ ਤੋਂ ਵੱਡਾ ਮੁੱਦਾ ਚਿੱਟਾ ਬਣ ਕੇ ਉੱਭਰਿਆ ਸੀਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਇਹ ਦੋ ਵੱਡੇ ਮੁੱਦੇ ਸੀਗੇ ਜੀ। ਬਿਲਕੁਲ ਜਿਹੜੀਆਂ ਹੁਣ ਚੋਣਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਨਸ਼ੇ ਦਾ ਮੁੱਦਾ ਗੂੰਜਦਾ ਤਾਂ ਰਿਹਾ, ਪਰ ਏਡਾ ਵੱਡਾ ਨਹੀਂ ਉੱਭਰਿਆ। ਸੱਤਾ ਤੇ ਪਿੰਦੀ ਜੀ ਜਿਹੜੇ ਕਿ ਕੈਨੇਡਾ ਦੇ ਵਸਨੀਕ ਨੇ ਕਿ ਉਹ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਨੇ ਤੇ ਵਿਕਰਮ ਮਜੀਠੀਆ ਉਹਨਾਂ ਦੇ ਨਾਲ ਸ਼ਾਮਲ ਰਿਹਾ। ਅਦਾਲਤ ਨੇ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਜੁਡੀਸ਼ੀਅਲ ਕਸਟਡੀ ਤੋਂ ਭਾਵ ਕਿ ਉਹਨੂੰ ਜੇਲ੍ਹ ਭੇਜ ਦਿੱਤਾ, ਪੁਲਿਸ ਦੇ ਰਿਮਾਂਡ ਦੇ ਉੱਤੇ ਨਹੀਂ। ਜਿਹੜੀ ਸਿੱਟ ਭੱਜੀ ਫਿਰਦੀ ਸੀ ਅਰੈਸਟ ਕਰਨ ਦੇ ਵਾਸਤੇ ਕਿ ਪੁੱਛਗਿੱਛ ਕਰਨੀ ਹੈ, ਉਹਨੇ ਰਿਮਾਂਡ ਕਿਉਂ ਨਾ ਮੰਗਿਆ, ਉਹਨੂੰ ਰਿਮਾਂਡ ਕਿਉਂ ਨਾ ਮਿਲਿਆ। ਜੇ ਵਿਕਰਮ ਮਜੀਠੀਆ ਉੱਥੋਂ ਚੋਣ ਹਾਰ ਜਾਂਦੇ ਆ ਤਾਂ ਕੀ ਇਹ ਸਮਝਿਆ ਜਾਵੇ ਕਿ ਪੋਲੀਟੀਕਲ ਤੌਰ ਦੇ ਉੱਤੇ ਵੀ ਉਹਨਾਂ ਨੂੰ ਅਜਿਹਾ ਡੈਮੇਜ ਹੋ ਜਾਊਗਾ ਕਿ ਮੁੜ ਕੇ ਉਹਨਾਂ ਦਾ ਉੱਠ ਪਾਉਣਾ ਔਖਾ ਹੋ ਜਾਊਗਾ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਇਹ ਵੀ ਕਹੀ ਜਾਂਦੇ ਆ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਜਿਨ੍ਹਾਂ ਨੇ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਸਿਆਸਤ ਕੀਤੀ, ਉਹਨਾਂ ਦਾ ਕੱਖ ਨਾ ਰਹੇ ਜੀ। ਸਰਕਾਰ ਤਾਂ ਅਕਾਲੀ ਦਲ ਬਾਦਲ ਦੀ ਸੀ, ਉਦੋਂ ਬਾਦਲ ਤੇ ਭਾਜਪਾ ਦੀ ਸੀ ਜੀ। ਕੀ ਸਰਕਾਰ ਨੂੰ ਨਹੀਂ ਪਤਾ ਕਿ ਇਹ ਜਿਹੜੀਆਂ ਬੇਅਦਬੀਆਂ ਕਿਹਨੇ ਕਰਵਾਈਆਂ? ਜਿਹੜੀਆਂ ਸਿਆਸੀ ਧਿਰਾਂ ਨੇ, SGPC ਆਫਟਰ ਆਲ ਇੱਕ ਸਿਆਸੀ ਧਿਰ ਉਹਨੂੰ ਹੈਂਡਲ ਕਰਦੀ ਹੈ, ਉਹਨਾਂ ਦਾ ਉੱਤੇ ਕਬਜ਼ਾ। ਉਹ ਹਰ ਚੀਜ਼ ਉਹ ਕਰਦੇ ਆ ਜਿਹਦੇ ਨਾਲ ਉਹ ਇਹ ਜਮਾ ਘਟਾਓ ਕਰਕੇ ਵੇਖ ਸਕਣ ਕਿ ਉਹਨਾਂ ਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਸ ਸਮਾਗਮ ਨੂੰ ਸੰਬੋਧਨ ਕੀਤਾ। ਉਹਨਾਂ ਨੇ ਇਹ ਗੱਲ ਆਖੀ ਕਿ ਇਹ ਜਿਹੜਾ ਹਾਦਸਾ ਹੋਇਆ ਇਹਦੀ ਜਾਂਚ UNO ਤੋਂ ਕਰਾਉਣ ਦੇ ਵਾਸਤੇ ਯਤਨ ਕਰਨੇ ਚਾਹੀਦੇ ਨੇ। ਭਾਰਤੀ ਜਨਤਾ ਪਾਰਟੀ ਦਾ ਨੇਤਾ ਹਰਜੀਤ ਗਰੇਵਾਲ ਉਹਨੇ ਇਹ ਗੱਲ ਕਹੀ ਆ ਕਿ ਦੀਪ ਸਿੱਧੂ ਹੋਰਾਂ ਦੇ ਭੋਗ ਦੇ ਉੱਤੇ ਇੰਨੀ ਭੀੜ ਇਕੱਠੀ ਹੋਣੀ ਇੱਕ ਸਾਜ਼ਿਸ਼ ਹੈ। ਨਵੇਂ ਵਹੀਕਲ ਐਕਟ ਜਿਹੜੇ ਆਏ ਨੇ ਉਹ ਬੜੇ ਸਖਤ ਨੇ, ਪਰ ਇੱਥੇ ਇੱਕ ਚੀਜ਼ ਜਿਹੜੀ ਆ, ਇਹ ਜਿਹੜਾ ਵਹੀਕਲ ਆ ਇਹ ਪਿੱਛੋਂ ਵੱਜਿਆ। ਦੁਨੀਆ ਦੇ ਵਿੱਚ ਜਿੰਨੇ ਵੀ ਮੋਟਰ ਵਹੀਕਲ ਐਕਟ ਨੇ ਬਹੁਤਿਆਂ ਦੇ ਵਿੱਚ ਇਹ ਕਿਹਾ ਜਾਂਦਾ, ਇਹ ਮੰਨਿਆ ਜਾਂਦਾ, ਉਹ ਐਕਟ ਜਿਹੜੇ ਇਸ ਚੀਜ਼ ਨੂੰ ਮੰਨਦੇ ਆ ਕਿ ਜਿਹਨੇ ਪਿੱਛੋਂ ਹਿੱਟ ਕੀਤਾ ਉਹਦਾ ਕਸੂਰ ਮੰਨਿਆ ਜਾਂਦਾ। ਇੱਕ ਪਾਸੇ ਅੱਜ ਪ੍ਰਚਾਰ ਇਹ ਹੁੰਦਾ ਕਿ ਸਿੰਗਲ ਡੋਜ਼ ਲੱਗੀ ਆ, ਡਬਲ ਡੋਜ਼ ਲੱਗੀ ਆ, ਬੂਸਟਰ ਡੋਜ਼ ਲੱਗ ਗਈ, ਬੱਚਿਆਂ ਨੂੰ ਡੋਜ਼ ਲੱਗ ਗਈ, ਬੱਚਿਆਂ ਦੇ ਸਕੂਲ ਖੁੱਲ੍ਹ ਗਏ, ਬੱਚਿਆਂ ਦੇ ਕਾਲਜ ਖੁੱਲ੍ਹ ਗਏ, ਕਿੱਧਰ ਨੂੰ ਇਕੋਨਮੀ ਜਾਊਗੀ। ਉਦੋਂ ਯੁੱਧ ਵਰਗੀਆਂ ਗੱਲਾਂ ਜਿਹੜੀਆਂ ਉਹ ਸੁਣਨੀਆਂ ਅਟਪਟੀਆਂ ਲੱਗਦੀਆਂ ਨੇ, ਪਰ ਇਹ ਗੱਲਾਂ ਸੁਣਨ ਵਾਸਤੇ ਨਹੀਂ ਬਲਕਿ ਜਿਹੜੀ ਆ ਉਹ ਯੁੱਧ ਤਾਂ ਸ਼ੁਰੂ ਹੋ ਗਿਆ। ਹੈਰਾਨੀਜਨਕ ਤਰੀਕੇ ਦੇ ਨਾਲ ਚਾਈਨਾ ਨੇ ਇਹ ਰਸ਼ੀਆ ਦੀ ਸਪੋਰਟ ਕੀਤੀ ਆ, ਕਿਉਂਕਿ ਚਾਈਨਾ ਇਹ ਸਮਝਦਾ ਕਿ ਜੇ ਨੈਟੋ ਦਾ ਹਿੱਸਾ ਯੂਕਰੇਨ ਬਣਦਾ, ਉਹਦੀਆਂ ਮਿਜ਼ਾਈਲਾਂ ਉੱਥੇ ਅਮਰੀਕਾ ਦੀਆਂ ਆਉਂਦੀਆਂ ਨੇ, ਉਹ ਜਿੰਨਾ ਰਸ਼ੀਆ ਨੂੰ ਖਤਰਾ ਉਹਨਾਂ ਨੂੰ ਚਾਈਨਾ ਨੂੰ ਵੀ ਖਤਰਾ। ਭਾਰਤ ਇਸ ਮਾਮਲੇ ਦੇ ਵਿੱਚ ਅਜੇ ਕੁਝ ਬਹੁਤਾ ਨਹੀਂ ਬੋਲ ਰਿਹਾ। ਉਹ ਕਹਿੰਦਾ ਮੈਂ ਨਿਊਟਰਲ ਹਾਂ। ਨਿਊਟਰਲ ਕਿਵੇਂ ਰਿਹਾ ਜਾ ਸਕਦਾ? ਜਾਂ ਤਾਂ ਤੁਸੀਂ ਯੁੱਧ ਦੇ ਹੱਕ 'ਚ ਹੋਵੋਗੇ ਜਾਂ ਤੁਸੀਂ ਯੁੱਧ ਦੇ ਵਿਰੋਧ। ਤੁਹਾਨੂੰ ਸਟੈਂਡ ਤਾਂ ਕੋਈ ਨਾ ਕੋਈ ਲੈਣਾ ਪਊਗਾ, ਚਾਹੇ ਉਹ ਤੁਸੀਂ ਰਸ਼ੀਆ ਦੇ ਹੱਕ ਦੇ ਵਿੱਚ ਜਾਓ ਤੇ ਚਾਹੇ ਤੁਸੀਂ ਰਸ਼ੀਆ ਦੇ ਵਿਰੋਧ ਦੇ ਵਿੱਚ ਜਾਓ। ਜਿਹੜੀਆਂ ਨੈਟੋ ਫੋਰਸਿਸ ਸਰਗਰਮ ਹੋਈਆਂ ਨੇ, ਖਾਸ ਤੌਰ ਦੇ ਉੱਤੇ ਇਰਾਕ ਦੇ ਉੱਤੇ ਹਮਲਾ ਕੀਤਾ ਜਦੋਂ ਇਹਨਾਂ ਨੇ ਜੀ, ਉਹ ਅਮਰੀਕਾ ਨੇ UNO ਨੂੰ ਲਗਭਗ ਨਿਕੰਮਾ ਕਰਕੇ ਬਿਠਾ ਦਿੱਤਾ ਜੀ। ਨਹੀਂ ਤਾਂ ਕਿਸੇ ਟਾਈਮ UNO ਦਾ ਡੰਡਾ ਬੜਾ ਸਖਤ ਹੁੰਦਾ ਸੀਗਾ, ਉਹ ਰੋਕ ਹੀ ਨਹੀਂ ਪਾਇਆ। ਹੁਣ ਜਿਹੜਾ ਯੂਕਰੇਨ ਆ ਉਹਨੇ ਇਹ ਕਿਹਾ ਜਾਂਦਾ ਕਿ ਪ੍ਰਧਾਨ ਮੰਤਰੀ ਜਿਹੜੇ ਮੋਦੀ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਆ ਕਿ ਤੁਹਾਡਾ ਜੀ ਉੱਥੇ ਆਧਾਰ ਹੈ, ਰੂਸ ਤੁਹਾਡੀ ਮੰਨਦਾ, ਉਹਨੂੰ ਸਮਝਾਓ ਇਹ ਹਮਲਾ ਨਾ ਕਰੇ। ਪਰ ਜਦੋਂ ਤੱਕ ਇਹ ਬਿਆਨਬਾਜ਼ੀ ਹੋਣੀ ਆ, ਜਦੋਂ ਤੱਕ ਗੱਲਬਾਤ ਚੱਲਣੀ ਆ, ਜਦੋਂ ਤੱਕ UNO ਨੇ ਦਖਲ ਦੇਣਾ, ਉਦੋਂ ਤੱਕ ਰਸ਼ੀਆ ਨੇ ਪਤਾ ਨਹੀਂ ਯੂਕਰੇਨ ਦਾ ਕਿੰਨਾ ਕੁ ਹਿੱਸਾ ਜਿਹੜਾ ਦੀ ਉਹ ਤਹਿਸ ਨਹਿਸ ਕਰ ਦੇਣਾ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਖਬਰਾਂ ਇੰਨੀ ਤੇਜ਼ੀ ਨਾਲ ਬਦਲਦੀਆਂ ਨੇ, ਲੱਗਦਾ ਸੀ ਕਿ ਚੋਣਾਂ ਤੋਂ ਬਾਅਦ ਕੁਝ ਠਹਿਰਾਵ ਆਵੇਗਾ, ਪਰ ਫਿਰ ਇੱਕ ਵਾਰ ਸਰਕਾਰੀ ਏਜੰਸੀਆਂ, ਉਹੀ ਪੁਰਾਣੇ ਕੇਸ, ਉਹੀ ਗ੍ਰਿਫਤਾਰੀਆਂ ਤੇ ਬਹੁਤ ਕੁਝ ਸਾਡੇ ਸਾਹਮਣੇ ਆ ਰਿਹਾ। ਵਿਚਾਰ ਚਰਚਾ 'ਚ ਪਹਿਲਾਂ ਸਵਾਗਤ ਕਰੀਏ ਬਲਤੇਜ ਪੰਨੂ ਜੀ ਦਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ।
ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ 2007 2008 ਡਰੱਗ ਕਾਂਡ ਦੀਆਂ ਗੱਲਾਂ ਤੇ 2022 ਆ ਗਿਆ। ਚੋਣਾਂ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਮਾਝੇ ਦੇ ਜਰਨੈਲ ਨੂੰ ਕੁਝ ਦਿਨਾਂ ਦੀ ਰਾਹਤ ਮਿਲ ਗਈ ਤੇ ਕੱਲ ਇੱਕ ਵਾਰ ਫਿਰ ਰਾਹਤ ਮਿਲਦੀ ਨਜ਼ਰ ਆਈ ਸੀ ਜਦੋਂ ਇੱਕ ਦਿਨ ਅੱਗੇ ਚਲਾ ਗਿਆ ਸੀ। ਤੇ ਅੱਜ ਮੋਹਾਲੀ ਦੀ ਕੋਰਟ ਨੇ ਕਿੱਥੇ ਤੱਕ ਪਹੁੰਚਾਈ ਜੀ ਉਹ ਕਹਾਣੀ? ਆਪੂ ਬਣਿਆ ਜਰਨੈਲ ਆ ਜੀ, ਕਿਸੇ ਨੇ ਥਾਪਿਆ ਤਾਂ ਨਹੀਂ ਮਾਝੇ ਦਾ ਜੀ। ਤੋ ਜਦੋਂ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀਗਾ ਜੀ ਤਾਂ ਪਤਾ ਉਦੋਂ ਹੀ ਲੱਗਦਾ ਸੀ ਵੀ ਧਾਰਾਵਾਂ ਜਿਹੜੀਆਂ ਨੇ NDPS ਐਕਟ ਦੀਆਂ 25 ਵਗੈਰਾ ਖਾਸ ਤੌਰ ਦੇ ਤੇ ਬਹੁਤ ਸਖਤ ਨੇ। ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਿਹੜਾ ਫਿਲਮ ਅਦਾਕਾਰ ਸ਼ਾਹਰੁਖ ਖਾਨ ਦਾ ਬੇਟਾ ਉਹਨੂੰ ਕਿੰਨੇ ਦਿਨ ਲੱਗ ਗਏ ਸੀਗੇ, ਹਾਲਾਂਕਿ ਉਹਦੇ ਕੋਲੋਂ ਕੋਈ ਰਿਕਵਰੀ ਨਹੀਂ ਸੀ ਹੋਈ। ਰਿਕਵਰੀ ਤਾਂ ਬਿਕਰਮ ਮਜੀਠੀਆ ਕੋਲੋਂ ਵੀ ਕੋਈ ਨਹੀਂ ਹੋਈ, ਪਰ ਇਹਨੂੰ ਸਾਜ਼ਿਸ਼ ਦੇ ਵਿੱਚ ਇੱਕ ਰੱਖਿਆ ਹੋਇਆ ਇਸ ਕੇਸ ਦੇ ਵਿੱਚ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਕਦੋਂ ਤੋਂ ਲੈ ਕੇ ਕਦੋਂ ਤੱਕ ਇਹ ਆ ਗਿਆ, ਕਿੰਨੇ ਸਾਲ ਬੀਤ ਗਏ, ਨਸ਼ੇ ਦਾ ਰੌਲਾ ਪੈਂਦਾ ਰਿਹਾ। 2017 ਦੀਆਂ ਚੋਣਾਂ ਦੇ ਵਿੱਚ ਤਾਂ ਸਭ ਤੋਂ ਵੱਡਾ ਮੁੱਦਾ ਚਿੱਟਾ ਬਣ ਕੇ ਉੱਭਰਿਆ ਸੀਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਨਾਲ ਇਹ ਦੋ ਵੱਡੇ ਮੁੱਦੇ ਸੀਗੇ ਜੀ। ਬਿਲਕੁਲ। ਜਿਹੜੀਆਂ ਹੁਣ ਚੋਣਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਨਸ਼ੇ ਦਾ ਮੁੱਦਾ ਗੂੰਜਦਾ ਤਾਂ ਰਿਹਾ, ਪਰ ਏਡਾ ਵੱਡਾ ਨਹੀਂ ਉੱਭਰਿਆ ਜਿੱਡਾ 17 ਦੇ ਵਿੱਚ ਸੀਗਾ। ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਲਾ ਮੁੱਦਾ ਹੀ ਵੱਡਾ ਇਸ ਵਾਰੀ ਉੱਭਰ ਸਕਿਆ। ਚੋਣਾਂ ਤੋਂ ਐਨ ਕੁਝ ਸਮਾਂ ਪਹਿਲਾਂ ਬਿਕਰਮ ਮਜੀਠੀਆ ਨੂੰ ਜਿਹੜਾ ਸੀ ਉਹਦੇ ਉੱਤੇ ਪਰਚਾ ਦਰਜ ਕੀਤਾ ਗਿਆ ਕਿ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ। ਇਹਦੇ ਵਿੱਚ ਦੋ ਨਾਮ ਜਿਹੜੇ ਦੱਸੇ ਗਏ, ਸੱਤਾ ਤੇ ਪਿੰਦੀ ਜੀ, ਜਿਹੜੇ ਕਿ ਕੈਨੇਡਾ ਦੇ ਵਸਨੀਕ ਨੇ, ਕਿ ਉਹ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਨੇ ਤੇ ਬਿਕਰਮ ਮਜੀਠੀਆ ਉਹਨਾਂ ਦੇ ਨਾਲ ਸ਼ਾਮਲ ਰਿਹਾ, ਉਹ ਇਹਦੇ ਕੋਲੇ ਆਉਂਦੇ ਰਹੇ। ਇਸ ਸੰਦਰਭ ਦੇ ਵਿੱਚ ਉਹਨੂੰ ਜਿਹੜਾ ਇਹਦੇ ਨਾਮਜ਼ਦ ਕੀਤਾ ਗਿਆ ਪਰਚੇ ਦੇ ਵਿੱਚ। ਕਈ ਦਿਨ ਰੂਪੋਸ਼ ਰਿਹਾ ਬਿਕਰਮ ਮਜੀਠੀਆ। ਜਦੋਂ ਹਾਈ ਕੋਰਟ ਨੇ ਜਿਹੜੀ ਇਹਦੀ ਬੇਲ ਐਪਲੀਕੇਸ਼ਨ ਰਿਜੈਕਟ ਕੀਤੀ ਆ, ਜੇ ਤੁਸੀਂ ਉਹ ਪੜ੍ਹੋ ਆਰਡਰ ਜਿਹੜਾ ਆ, ਤੇ ਉਹ ਬਹੁਤ ਕੁਝ ਦੱਸਦਾ, ਕਿਉਂਕਿ ਉਹਦੇ ਚ ਮੁੱਢੋਂ ਸੁੱਢੋਂ ਰੱਦ ਕੀਤਾ ਜੀ ਕਿ ਨਹੀਂ, ਜ਼ਮਾਨਤ ਨਹੀਂ ਦਿੱਤੀ ਜਾਊਗੀ, ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਬਹੁਤ ਸਖਤ ਨੇ NDPS ਐਕਟ ਦੇ ਮਾਮਲੇ ਦੇ ਉੱਤੇ ਜੀ। ਜਦੋਂ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ ਤਾਂ ਸੁਪਰੀਮ ਕੋਰਟ ਨੇ ਇੱਕ ਲਾਈਨ ਉਹਦੇ ਵਿੱਚ ਲਿਖੀ ਸੀ, ਜਿਹਦਾ ਲਾਹਾ ਇਹਨਾਂ ਨੇ ਲਿਆ, ਜਿਹਦਾ ਲਾਹਾ ਸਿਮਰਜੀਤ ਬੈਂਸੋਲਾ ਨੇ ਵੀ ਲਿਆ ਉਸ ਲਾਈਨ ਦਾ ਜੀ। ਸੁਪਰੀਮ ਕੋਰਟ ਨੇ ਇਹ ਗੱਲ ਆਖੀ ਕਿ ਪੋਲੀਟੀਕਲ ਲੋਕਾਂ ਦੇ ਉੱਤੇ ਸਾਰੇ ਕੇਸ ਵੋਟਾਂ ਦੇ ਵੇਲੇ ਹੀ ਕਿਉਂ ਕੱਢੇ ਜਾਂਦੇ ਆ ਜੀ, ਇਹਦੇ ਕਈ ਮਾਇਨੇ ਸੀ। ਤੇ ਫਿਰ ਸੁਪਰੀਮ ਕੋਰਟ ਨੇ ਨਵੇਕਲੀ ਕਿਸਮ ਦੀ ਰਾਹਤ ਦਿੱਤੀ। ਇਹ ਗੱਲ ਆਖੀ ਕਿ 23 ਤਰੀਕ ਤੱਕ ਤੁਹਾਨੂੰ ਰਾਹਤ ਹੈ, ਤੁਹਾਨੂੰ ਕੋਈ ਅਰੈਸਟ ਨਹੀਂ ਕਰਦਾ, ਪਰ 23 ਤਰੀਕ ਨੂੰ ਤੁਸੀਂ ਸਰੈਂਡਰ ਕਰੋਗੇ ਹੇਠਲੀ ਅਦਾਲਤ ਦੇ ਵਿੱਚ ਤੇ ਉੱਥੇ ਆਪਣੀ ਜ਼ਮਾਨਤ ਦੀ ਐਪਲੀਕੇਸ਼ਨ ਲਾਓਗੇ। ਇਹਨੂੰ ਕੁਝ ਲੋਕਾਂ ਨੇ ਇਹ ਪ੍ਰਚਾਰ ਦਿੱਤਾ ਕਿ ਜੀ ਇਹ ਅਗਾਊਂ ਜ਼ਮਾਨਤ ਮਿਲ ਗਈ ਹੈ। ਇਹ ਅਗਾਊਂ ਜ਼ਮਾਨਤ ਹੈ ਹੀ ਨਹੀਂ ਸੀ, ਜ਼ਮਾਨਤ ਨਹੀਂ ਸੀਗੀ, ਇਹ ਸਿਰਫ ਚੋਣਾਂ ਲੜਨ ਦੇ ਵਾਸਤੇ ਜਿਹੜਾ ਉਹ ਕੀਤਾ ਗਿਆ ਸੀ। ਜੇ ਸੁਪਰੀਮ ਕੋਰਟ ਉਦੋਂ ਜ਼ਮਾਨਤ ਅਰਜ਼ੀ ਸੁਣ ਲੈਂਦੀ, ਇਹ ਰਾਹਤ ਨਾ ਦਿੰਦੀ, ਤਾਂ ਬਿਕਰਮ ਮਜੀਠੀਆ ਕਾਗਜ਼ ਹੀ ਨਹੀਂ ਸੀ ਭਰ ਸਕਦੇ ਜੀ। ਤੋ ਉਹਨਾਂ ਨੇ ਬਾਅਦ ਦੇ ਵਿੱਚ ਕਾਗਜ਼ ਭਰੇ, ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਗਜ਼ ਭਰੇ, ਅੰਮ੍ਰਿਤਸਰ ਈਸਟ ਤੋਂ ਜਾ ਕੇ ਮਜੀਠਾ ਹਲਕੇ ਤੋਂ ਆਪਣੀ ਪਤਨੀ ਨੂੰ ਖੜਾ ਕਰ ਦਿੱਤਾ। ਰਾਤ 12 ਵਜੇ ਇਹ ਉਹਨਾਂ ਦੀ ਜਿਹੜੀ ਮਿਆਦ ਸੀ ਸੁਪਰੀਮ ਕੋਰਟ ਵੱਲੋਂ ਦਿੱਤੀ ਪੂਰੀ ਹੋ ਗਈ ਸੀ ਜੀ। ਟੈਕਨੀਕਲੀ ਕੱਲ ਸਰੈਂਡਰ ਕਰਨਾ ਚਾਹੀਦਾ ਸੀ, ਪਰ ਇਹ ਕਿਹਾ ਗਿਆ ਕਿ ਬਿਕਰਮ ਮਜੀਠੀਆ ਦੇ ਵਕੀਲਾਂ ਨੇ ਇਹ ਗੱਲ ਕਹੀ ਕਿ ਉਹ ਕੱਲ ਨਾ ਸਰੈਂਡਰ ਕਰਨ, ਅੱਜ ਕਰਨ, ਭਾਵ ਕਿ 24 ਤਰੀਕ ਨੂੰ ਕਰਨ ਜੀ। ਬਿਕਰਮ ਮਜੀਠੀਆ ਨੇ ਅੱਜ ਇਹ ਸਰੈਂਡਰ ਮੋਹਾਲੀ ਦੀ ਅਦਾਲਤ ਦੇ ਵਿੱਚ ਕੀਤਾ, ਔਰ ਜਦੋਂ ਉਹਨੇ ਸਰੈਂਡਰ ਕੀਤਾ ਤਾਂ ਉਸ ਤੋਂ ਬਾਅਦ ਸਿੱਟ ਜਿਹੜੀ ਬਣੀ ਆ, ਜਿਹਦੇ AIG ਬਲਰਾਜ ਸਿੰਘ ਦੀ ਅਗਵਾਈ ਦੇ ਵਿੱਚ 1.5 ਘੰਟੇ ਦੇ ਕਰੀਬ ਉਹਦੇ ਤੋਂ ਪੁੱਛਗਿੱਛ ਹੋਈ ਜੀ। ਬਾਅਦ ਦੇ ਵਿੱਚ ਥੋੜਾ ਜਿਹਾ ਇਹ ਹੈਰਾਨੀ ਰਹੀ ਕਿ ਸਿੱਟ ਨੇ ਬਿਕਰਮ ਮਜੀਠੀਆ ਦਾ ਜਿਹੜਾ ਉਹ ਰਿਮਾਂਡ ਕਿਉਂ ਨਹੀਂ ਮੰਗਿਆ ਜੀ, ਔਰ ਅਦਾਲਤ ਨੇ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਜੁਡੀਸ਼ੀਅਲ ਕਸਟਡੀ ਤੋਂ ਭਾਵ ਕਿ ਉਹਨੂੰ ਜੇਲ੍ਹ ਭੇਜ ਦਿੱਤਾ, ਪੁਲਿਸ ਦੇ ਰਿਮਾਂਡ ਦੇ ਉੱਤੇ ਨਹੀਂ। ਜਿਹੜੀ ਸਿੱਟ ਭੱਜੀ ਫਿਰਦੀ ਸੀ ਅਰੈਸਟ ਕਰਨ ਦੇ ਵਾਸਤੇ ਕਿ ਪੁੱਛਗਿੱਛ ਕਰਨੀ ਆ, ਉਹਨੇ ਰਿਮਾਂਡ ਕਿਉਂ ਨਾ ਮੰਗਿਆ, ਉਹਨੂੰ ਰਿਮਾਂਡ ਕਿਉਂ ਨਾ ਮਿਲਿਆ, ਇਹ ਕੁਝ ਸਵਾਲ ਨੇ, ਵੱਡੇ ਸਵਾਲ ਨੇ। ਇਹਦੇ ਪੋਲੀਟੀਕਲ ਮਾਇਨੇ ਵੀ ਕੱਢੇ ਜਾ ਸਕਦੇ ਨੇ।
ਕਿਉਂਕਿ ਬਾਦਲ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਨੇ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬ੍ਰਦਰ ਇਨ ਲਾ ਨੇ ਬਿਕਰਮ ਮਜੀਠੀਆ। ਜਿਹੋ ਜਿਹੇ ਇਸ ਵੇਲੇ ਪਤਾ ਲੱਗ ਰਿਹਾ ਇਲੈਕਸ਼ਨਾਂ ਦੇ ਵਿੱਚ ਕਿ ਅਕਾਲੀ ਦਲ ਬਾਦਲ ਦੀ ਸਥਿਤੀ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਗੀ, ਬਾਕੀ ਤਾਂ 10 ਤਰੀਕ ਨੂੰ ਪਤਾ ਲੱਗਣਾ। ਜੇ ਬਾਦਲ ਦਲ ਜਿਹੜਾ ਉਹ ਦੁਬਾਰਾ ਸੱਤਾ ਦੇ ਵਿੱਚ ਨਹੀਂ ਆਉਂਦਾ ਜੀ ਤਾਂ ਉੱਥੇ ਚੈਲੰਜ ਖੜਾ ਹੁਣ ਹੋ ਜਾਣਾ ਜੀ, ਕਿਉਂਕਿ ਇਹ ਇੱਕ ਪਰਿਵਾਰ ਦੀ ਪਾਰਟੀ ਤਕਰੀਬਨ ਬਣ ਕੇ ਰਹਿ ਗਿਆ ਜੀ। ਤੋ ਕਿਉਂਕਿ ਸੈਕੰਡ ਟਰਮ ਹੋਊਗੀ ਜੇ ਉਹ ਪਾਵਰ ਦੇ ਵਿੱਚ ਨਹੀਂ ਆਉਂਦੇ। ਪਾਵਰ 'ਚ ਆਉਂਦੇ ਨੇ ਤੇ ਫਿਰ ਹੋਰ ਗੱਲ ਹੈ, ਪਾਵਰ ਦੇ ਵਿੱਚ ਨਹੀਂ ਆਉਂਦੇ ਤਾਂ ਫਿਰ ਸਮੱਸਿਆ ਖੜੀ ਹੋਊਗੀ। ਦੂਸਰਾ, ਬਿਕਰਮ ਮਜੀਠੀਆ ਨੇ ਜਿੱਥੋਂ ਚੋਣ ਲੜੀ ਅੰਮ੍ਰਿਤਸਰ ਤੋਂ, ਅਜੇ ਇਹ ਨਹੀਂ ਕੁਝ ਵੀ ਪਤਾ ਕਿ ਉਹ ਚੋਣ ਇਹ ਜਿੱਤਣਗੇ ਜੀ। ਜੇ ਉਹ ਚੋਣ ਹਾਰ ਜਾਂਦੇ ਆ ਇੱਥੋਂ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ, ਜਿਹੜੀਆਂ ਕਿਆਸ ਰਾਈਆਂ ਨੇ ਉਹ ਤਾਂ ਇਹ ਕਹਿੰਦੀਆਂ ਨੇ ਕਿ ਉੱਥੇ ਮੁਕਾਬਲਾ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਉਮੀਦਵਾਰ ਆ ਉਹਨਾਂ ਦੇ ਵਿਚਾਲੇ ਆ ਜੀ। ਜਿਨ੍ਹਾਂ ਦੇ ਵਿਚਾਲੇ ਮਰਜ਼ੀ ਹੋਵੇ, ਖੈਰ ਉਹ ਤਾਂ ਅਟਕਲਾਂ ਨੇ ਜੀ। 10 ਤਰੀਕ ਨੂੰ ਨਤੀਜੇ ਦੱਸਣਗੇ ਕਿਹੜੇ ਪਾਸੇ ਵੱਲ ਲੋਕ ਭੁਗਤਦੇ ਆ। ਜੇ ਬਿਕਰਮ ਮਜੀਠੀਆ ਉੱਥੋਂ ਚੋਣ ਹਾਰ ਜਾਂਦੇ ਆ ਤਾਂ ਕੀ ਇਹ ਸਮਝਿਆ ਜਾਵੇ ਕਿ ਪੋਲੀਟੀਕਲ ਤੌਰ ਦੇ ਉੱਤੇ ਵੀ ਉਹਨਾਂ ਨੂੰ ਅਜਿਹਾ ਡੈਮੇਜ ਹੋ ਜਾਊਗਾ ਕਿ ਮੁੜ ਕੇ ਉਹਨਾਂ ਦਾ ਉੱਠ ਪਾਉਣਾ ਔਖਾ ਹੋ ਜਾਊਗਾ। ਕੁਝ ਲੋਕ ਇਹ ਕਹਿੰਦੇ ਆ ਕਿ ਸ਼ਾਇਦ ਇਹ ਹੋ ਸਕਦਾ ਕਿ ਉਹ ਆਪਣੀ ਪਤਨੀ ਤੋਂ ਅਸਤੀਫਾ ਦਵਾ ਕੇ ਬਾਅਦ ਦੇ ਵਿੱਚ ਮਜੀਠੇ ਤੋਂ ਫੇਰ ਚੋਣ ਲੜ ਲੈਣ। ਪਰ ਇਹ ਤਾਂ ਸਾਰਾ ਕੁਝ ਨਿਰਭਰ ਕਰਦਾ ਨਾ ਇਸ ਚੀਜ਼ ਦੇ ਉੱਤੇ ਕਿ ਪੰਜਾਬ ਦੇ ਵਿੱਚ ਸਰਕਾਰ ਕਿਹਦੀ ਆਉਂਦੀ ਹੈ ਜੀ। ਜੇ ਸਰਕਾਰ ਅਕਾਲੀ ਦਲ ਬਾਦਲ ਦੀ ਨਹੀਂ ਆਉਂਦੀ ਤੇ ਅਜਿਹਾ ਰਿਸਕ ਮੈਨੂੰ ਨਹੀਂ ਲੱਗਦਾ ਕਿ ਬਿਕਰਮ ਮਜੀਠੀਆ ਲੈਣ ਦੀ ਕੋਸ਼ਿਸ਼ ਕਰੂਗਾ। ਹਾਂ, ਹਾਲ ਦੀ ਘੜੀ ਜਿਹੜਾ ਵੱਡਾ ਸਵਾਲ ਹੈ ਉਹ ਇਹ ਹੈ ਕਿ ਕੀ ਬਿਕਰਮ ਮਜੀਠੀਆ ਨੂੰ ਰੈਗੂਲਰ ਬੇਲ ਜਿਹੜੀ ਆ ਉਹ ਮੋਹਾਲੀ ਤੋਂ ਮਿਲਦੀ ਆ ਜੀ। ਅਜੇ 8 ਮਾਰਚ ਤੱਕ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਉੱਤੇ ਭੇਜਿਆ ਗਿਆ। ਇਹਦੇ ਦੌਰਾਨ ਉਹਨਾਂ ਦੀ ਵਕੀਲਾਂ ਦੀ ਜਿਹੜੀ ਟੀਮ ਹੈ ਉਹ ਜ਼ਮਾਨਤ ਟਰਾਈ ਕਰੂਗੀ। ਜ਼ਮਾਨਤ ਜੇ ਹੇਠਲੀ ਅਦਾਲਤ ਤੋਂ ਨਹੀਂ ਮਿਲਦੀ ਫਿਰ ਹਾਈ ਕੋਰਟ ਜਾਊਗੀ, ਕਿਉਂਕਿ ਮੈਂ ਫਿਰ ਕਹੂੰਗਾ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਉਹ ਇੱਥੇ ਜ਼ਰੂਰ ਲਾਉਣਗੇ ਵਕੀਲ ਜੀ। ਇਹ ਨਿਰਭਰ ਕਰਦਾ ਮੋਹਾਲੀ ਦੀ ਅਦਾਲਤ ਦੇ ਉੱਤੇ ਕਿ ਉਹ ਜ਼ਮਾਨਤ ਦਿੰਦੀ ਹੈ ਜਾਂ ਨਹੀਂ। NDPS ਐਕਟ ਦੇ ਤਹਿਤ ਜਿਹੜੇ ਮਾਮਲੇ ਦਰਜ ਹੁੰਦੇ ਆ ਉਹਨਾਂ ਦੇ ਵਿੱਚ ਹੇਠਲੀ ਜਿਹੜੀ ਅਦਾਲਤ ਹੈ ਉਹਦੇ ਵਿੱਚੋਂ ਜ਼ਮਾਨਤ ਮਿਲਣ ਦੇ ਚਾਂਸਸ ਜਿਹੜੇ ਆ ਉਹ ਘੱਟ ਹੁੰਦੇ ਆ ਜੀ। ਬਾਕੀ ਦੇਖਦੇ ਆ ਅੱਗੋਂ ਕਹਾਣੀ ਇਹ ਕਿਸ ਪਾਸੇ ਵੱਲ ਨੂੰ ਜਾਂਦੀ ਆ। ਬਿਕਰਮ ਮਜੀਠੀਆ ਦੇ ਵਾਸਤੇ ਇਹ ਮੁਸ਼ਕਲਾਂ ਨੇ ਖੜੀਆਂ ਹੋ ਗਈਆਂ। ਪਤਾ ਨਹੀਂ ਕਿੰਨੇ ਕੁ ਲੋਕ ਨੇ ਜਦੋਂ ਅਕਾਲੀ ਭਾਜਪਾ ਨੇ ਸੱਤਾ ਮਾਣੀ 10 ਸਾਲ, ਉਹਨਾਂ ਦੇ ਉੱਤੇ ਕਿੰਨੇ ਕੁ ਪਰਚੇ ਉਦੋਂ ਦਰਜ ਕਰਾਏ ਹੋਣਗੇ, ਕੀਤੇ ਹੋਣਗੇ, ਪਰ ਕਿਤੇ ਨਾ ਕਿਤੇ ਫਿਰ ਭੁਗਤਣੀਆਂ ਵੀ ਤਾਂ ਜਿਹੜੀਆਂ ਉਹ ਪੈ ਜਾਂਦੀਆਂ ਨੇ। ਸੋ ਇੱਥੇ ਹੀ ਬਹੁਤਾ ਕੁਝ ਜਿਹੜਾ ਹੈਗਾ। ਹਾਂ, ਇਹ ਜ਼ਰੂਰ ਹੈ ਕਿ ਜਿੰਨੇ ਦਿਨਾਂ ਵਾਸਤੇ ਮਰਜ਼ੀ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿਣ, ਕਾਂਗਰਸ ਨੇ ਇੱਕ ਕਿਸਮ ਦੇ ਨਾਲ ਆਪਣੀ ਜਿੱਦ ਪਕਾਈ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਕਿ ਲਗਾਤਾਰ ਉਹਨਾਂ ਦੇ ਉੱਤੇ ਸਿਆਸੀ ਹਮਲੇ ਬੋਲਦੇ ਰਹੇ, ਉਹਨਾਂ ਨੇ ਵੀ ਇਹ ਜਿੱਤ ਜਿਹੜੀ ਉਹ ਪੁਗਾਈ ਹੈ। ਸੋ ਬਿਕਰਮ ਮਜੀਠੀਆ ਹੋਰਾਂ ਨੂੰ ਜੇਲ੍ਹ ਤਾਂ ਜਾਣਾ ਪੈ ਗਿਆ। ਪਹਿਲਾਂ ਉਹ ਰੂਪੋਸ਼ ਰਹੇ। ਮੈਨੂੰ ਇਹ ਵੀ ਲੱਗਦਾ ਕਿ ਟੈਕਨੀਕਲੀ ਤੌਰ ਦੇ ਉੱਤੇ ਜੇ ਤੁਸੀਂ ਇਹਨੂੰ ਦੇਖੋ ਤਾਂ ਸੁਪਰੀਮ ਕੋਰਟ ਨੇ ਘਬਾ ਫਰਾ ਕੇ ਉਹਨੂੰ ਉਸ ਜਗ੍ਹਾ ਦੇ ਉੱਤੇ ਲੈਣ ਦਾ ਜਿੱਥੇ ਉਹਨੂੰ ਸਰੈਂਡਰ ਕਰਨਾ ਹੀ ਪੈਣਾ ਸੀਗਾ। ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ। ਜਾਂ ਇੰਜ ਕਹਿ ਲਓ ਜਿੰਨੀ ਕੁ ਨੂੰ ਟਾਈਮ ਚਾਹੀਦੀ ਸੀ ਇਲੈਕਸ਼ਨ ਲੜਨ ਲਈ, ਸਿਰਫ ਉਸ ਜਾਲ ਦੇ ਵਿੱਚ ਘੁਮਾ ਕੇ ਤੇ ਫਿਰ ਹੁਣ ਅੰਦਰ ਉਹ ਆ ਗਏ ਨੇ। ਪੰਨੂ ਸਾਹਿਬ, 2 ਗੱਲਾਂ ਨੇ। ਇੱਕ ਤੇ ਉਹਨਾਂ ਦੀ ਭੈਣ ਨੇ ਇੱਕ ਗੱਲ ਕਹੀ ਸੀ, ਬੜਾ ਭਾਵੁਕ ਜਿਹਾ ਬਿਆਨ ਦਿੱਤਾ ਸੀ ਕਿ ਜੇ ਮੇਰੇ ਭਰਾ ਨੇ ਕੁਝ ਕੀਤਾ ਹੋਵੇ ਤੇ ਉਹਦਾ ਕੱਖ ਨਾ ਰਵੇ। ਤੇ ਇੱਕ ਇਲੈਕਸ਼ਨ ਤੋਂ ਬਾਅਦ ਮਜੀਠੀਆ ਸਾਹਿਬ ਨੇ ਇਹ ਬਿਆਨ ਦਿੱਤਾ, ਬਿਕਰਮ ਮਜੀਠੀਆ ਨੇ, ਕਿ ਭਾਜਪਾ ਨਾਲ ਸਮਝੌਤਾ ਜਿਹੜਾ ਆ ਉਹ ਸੰਭਵ ਹੈ। ਹਾਲਾਂਕਿ ਮਸਲਾ ਕੋਰਟ ਦੇ ਵਿਚਾਰ ਅਧੀਨ ਹੈ, ਅਸੀਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ, ਪਰ ਕੀ ਇਹ ਦੋਨੋਂ ਗੱਲਾਂ ਆਪਸ 'ਚ ਕਿਤੇ ਇਸ ਕੇਸ ਨਾਲ ਜੁੜਦੀਆਂ ਜੀ? ਦੇਖੋ, ਉਹ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਇਹ ਵੀ ਕਹੀ ਜਾਂਦੇ ਆ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਜਿਨ੍ਹਾਂ ਨੇ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਸਿਆਸਤ ਕੀਤੀ, ਉਹਨਾਂ ਦਾ ਕੱਖ ਨਾ ਰਹੇ ਜੀ। ਸਰਕਾਰ ਤਾਂ ਅਕਾਲੀ ਦਲ ਬਾਦਲ ਦੀ ਸੀ, ਉਦੋਂ ਬਾਦਲ ਤੇ ਭਾਜਪਾ ਦੀ ਸੀ ਜੀ। ਕੀ ਸਰਕਾਰ ਨੂੰ ਨਹੀਂ ਪਤਾ ਕਿ ਇਹ ਜਿਹੜੀਆਂ ਬੇਅਦਬੀਆਂ ਕਿਹਨੇ ਕਰਵਾਈਆਂ? ਬਿਲਕੁਲ। ਜਾਂ ਬੇਅਦਬੀਆਂ ਕਿਹਨੇ ਕੀਤੀਆਂ? ਗ੍ਰਹਿ ਮੰਤਰਾਲਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਸੀਗਾ ਜੀ। ਜਿਹੜਾ ਕਾਨੂੰਨ ਹੈ ਨਾ ਜੀ, ਉਹ 100 ਨੂੰ ਨਹੀਂ ਮੰਨਦਾ ਜੀ ਕਿ ਤੁਸੀਂ ਇਹ ਕਹਿ ਦਿਓ ਕਿ ਉਹਦਾ ਕੱਖ ਨਾ ਰਹੇ, ਫਲਾਣੇ ਦਾ ਜਿਹੜਾ ਉਹ ਕੱਖ ਨਾ ਰਹੇ। ਫਿਰ ਤਾਂ ਅਦਾਲਤੀ ਢਾਂਚਾ ਹੀ ਜਿਹੜਾ ਜੀ ਉਹ ਸਾਰਾ ਖਤਮ ਹੋ ਜੇ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਮੇਰੀ ਜਾਚੇ ਇਹ ਹਾਸੋਹੀਣਾ ਬਿਆਨ ਸੀਗਾ ਜਦੋਂ ਬੇਅਦਬੀਆਂ ਦੇ ਟਾਈਮ ਦੇ ਉੱਤੇ ਵੀ ਦਿੱਤਾ ਗਿਆ। ਇੱਕ ਗ੍ਰਹਿ ਮੰਤਰੀ ਇਹ ਆਖੇ ਕਿ ਜਿਹਨੇ ਕੀਤੀਆਂ, ਜਿਹਨੇ ਕਰਵਾਈਆਂ ਜਾਂ ਜਿਨ੍ਹਾਂ ਨੇ ਸਿਆਸਤ ਕੀਤੀ, ਸਰਕਾਰ ਨੂੰ ਪਤਾ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀਗੇ
कि पंजाब दे विच कीड़ी भी तुरी जाती होवे ते मैनूं पता लग जाता। उन्हां नूं इह ना पता लग्या कि जिहड़ी गुरु ग्रंथ साहिब दी बीड़ चोरी हुई सीगी ਉਹ ਇੰਨਾ ਸਮਾਂ ਇਹ ਜੂਨ ਦੇ ਵਿੱਚ ਚੋਰੀ ਹੁੰਦੀ ਆ, 1 ਜੂਨ ਨੂੰ 15 ਦੇ ਵਿੱਚ ਜੀ ਬੇਅਦਬੀਆਂ ਹੁੰਦੀਆਂ ਨੇ ਜਾ ਕੇ ਅਕਤੂਬਰ ਦੇ ਵਿੱਚ, ਪੋਸਟਰ ਲੱਗੇ ਹੁੰਦੇ ਆ। ਜੇ ਪੁਲਿਸ ਲੱਭਣਾ ਚਾਹੁੰਦੀ ਕਿ ਉਹ ਲੱਭ ਨਹੀਂ ਸੀ ਸਕਦੀ, ਜਾਂ ਉਦੋਂ ਬਾਅਦ ਦੇ ਵਿੱਚ ਨਹੀਂ ਉਹ ਲੱਭ ਸਕਦੀ ਸੀ। ਟਾਈਮ ਤਾਂ ਇਹਨਾਂ ਦੇ ਕੋਲੇ 1.5 ਸਾਲ ਦਾ ਫਿਰ ਵੀ ਰਿਹਾ। ਪੁਲਿਸ ਜਿਹੜੀ, ਜਾਂ ਤਾਂ ਇਹ ਵੀ ਕਹਿੰਦੇ ਕਿ ਪੁਲਿਸ ਨੇ ਜਿਹੜਾ ਤਸ਼ੱਦਦ ਕੀਤਾ, ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਸੀਗੇ ਉਹਨਾਂ ਦੇ ਉੱਤੇ, ਪੁਲਿਸ ਦੀ ਗੋਲੀ ਦੇ ਨਾਲ ਜਿਹਨੇ 2 ਮਾਰੇ ਗਏ ਉਹਨਾਂ ਦੇ ਬਾਰੇ ਵੀ ਇਹ ਕਹਿੰਦੇ ਜਿਨ੍ਹਾਂ ਨੇ ਪੁਲਿਸ ਦੀ ਗੋਲੀ ਚਲਾਈ, ਜਿਨ੍ਹਾਂ ਨੇ ਚਲਵਾਈ, ਉਹਨਾਂ ਦਾ ਵੀ ਕੱਖ ਨਾ ਰਹੇ। ਜੀ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੇ ਕਰਦੇ ਹਾਂ ਕੁਝ ਹੋਰ ਗੱਲਬਾਤ ਇਸੇ ਪ੍ਰੋਗਰਾਮ ਵਿੱਚ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ 'ਚ। ਅਸੀਂ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰ ਰਹੇ ਹਾਂ ਆਪਣੇ ਮਾਹਰ ਵਿਦਵਾਨ ਪੰਨੂ ਸਾਹਿਬ ਜੀ ਨਾਲ। ਬਲਤੇਜ ਪੰਨੂ ਜੀ, ਅੱਜ ਇੱਕ ਨਜ਼ਰੀਏ ਤੋਂ ਦੇਖੀਏ ਤਾਂ ਬੜਾ ਦੁੱਖ ਦਾ ਇੱਕ ਦਿਨ ਹੈ। ਇੱਕ ਨੌਜਵਾਨ, ਇੱਕ ਚੜ੍ਹਦੀ ਉਮਰ ਦਾ ਨੌਜਵਾਨ, ਇੱਕ ਚੰਗਾ ਅਦਾਕਾਰ, ਇੱਕ ਸਫਲ ਵਕੀਲ ਇੱਕ ਐਕਸੀਡੈਂਟ ਵਿੱਚ ਮਾਰਿਆ ਜਾਂਦਾ। ਉਹਦੀ ਵਿਚਾਰਧਾਰਾ ਕਿਹੋ ਜਿਹੀ ਵੀ ਹੋਵੇ, ਮੌਤ ਜਿਹੜੀ ਆ ਉਹ ਦੁੱਖਦਾਈ ਆ। ਉਹਦੇ ਅੱਜ ਭੋਗ ਸੀ, ਅਖੀਰਲੀ ਜਿਹੜੀ ਅਰਦਾਸ ਸੀ ਉਹ ਕਿਹੋ ਜਿਹਾ ਸੀ ਤੇ ਕੀ ਉੱਥੇ ਹੋ ਰਿਹਾ ਜੀ? ਦੇਖੋ, ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਅੰਤਮ ਅਰਦਾਸ ਕੀਤੀ ਗਈ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਸਲ ਦੁੱਖ ਤਾਂ ਉਹਦੇ, ਸਭ ਤੋਂ ਜ਼ਿਆਦਾ ਤਾਂ ਉਹਦੇ ਜਿਹੜਾ ਪਰਿਵਾਰ ਹੈ ਉਹਨੂੰ ਹੀ ਹੈ। ਬਿਲਕੁਲ ਜੀ। ਉਹਦੀ ਬੇਟੀ ਨੂੰ ਹੈ, ਉਹਦੇ ਮਾਂ ਪਿਓ ਨੂੰ ਹੈ, ਉਹਦੇ ਭਰਾਵਾਂ ਨੂੰ ਹੈ, ਕਿਉਂਕਿ ਉਹ ਫਿਲਮ ਅਦਾਕਾਰ ਸੀ, ਲੋਕਾਂ ਦੇ ਵਿੱਚ ਫੇਮਸ ਸੀ। ਫਿਰ ਉਹ ਇੱਕਦਮ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਸਫਾਂ ਦੇ ਵਿੱਚ ਐਂਟਰੀ ਮਾਰਦਾ। ਚਲੋ ਸਿਆਸਤ ਤਾਂ ਉਹਨੇ ਨਹੀਂ ਕੀਤੀ, ਹਾਂ ਸਿਆਸਤ ਇਸ ਪੱਖੋਂ ਉਹਨੇ ਜ਼ਰੂਰ ਕੀਤੀ ਕਿ ਸਨੀ ਦਿਓਲ ਹੋਰਾਂ ਦਾ ਉਹਨੇ ਸਾਰਾ ਕੁਝ ਦੇਖਿਆ ਸੀ ਜਦੋਂ ਸਨੀ ਦਿਓਲ ਨੇ 19 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਲੜੀਆਂ ਨੇ। ਜੀ ਬਿਲਕੁਲ। ਅੱਜ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਇੰਤਜ਼ਾਮ ਕੀਤਾ ਗਿਆ ਅੰਤਮ ਅਰਦਾਸ ਦਾ, ਦੀਵਾਨ ਟੋਡਰਮੱਲ ਹਾਲ ਦੇ ਵਿੱਚ ਇਹ ਸਾਰਾ ਪ੍ਰਬੰਧ ਕੀਤਾ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਕਿਸਮ ਦੀਆਂ ਇੱਥੇ ਜਿਹੜੀਆਂ ਇੰਤਜ਼ਾਮ ਸੀਗਾ ਉਹ ਕੀਤਾ ਗਿਆ ਜੀ। ਕਿਉਂਕਿ ਮੇਨ ਇਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਾਂ ਬਾਕੀ ਸੀਗੇ ਜਿਹੜੇ ਕਿ SGPC ਦੇ ਵਿਰੋਧੀ ਰਹੇ ਆ। ਚਲੋ ਹੋ ਸਕਦਾ ਕਿ ਉਹਨਾਂ ਨੇ ਇਸ ਪੱਖੋਂ ਇਹਦਾ ਇੰਤਜ਼ਾਮ ਕੀਤਾ ਹੋਵੇ ਕਿ ਇਹ ਕੋਈ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਸਮਾਗਮ ਨਹੀਂ ਗਾ, ਇਹ ਇੱਕ ਜਿਹੜੇ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਕਲਾਕਾਰ ਜਾਂ ਜਿਹੜੇ ਇੱਥੇ ਸਿਆਸਤ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਵਿਚਰ ਰਹੇ ਸੀਗੇ, ਵਿਚਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹਦੀ ਅੰਤਮ ਅਰਦਾਸ ਹੈ। ਸਿਰਫ ਇਹਦੇ ਕਰਕੇ ਕੀਤਾ ਗਿਆ ਹੋਵੇ ਕਿਉਂ ਘੱਟ ਲੱਗਦਾ? ਉਹਦਾ ਰੀਜ਼ਨ ਇਹ ਆ ਕਿ ਜਿਹੜੀਆਂ ਸਿਆਸੀ ਧਿਰਾਂ ਨੇ, SGPC ਆਫਟਰ ਆਲ ਇੱਕ ਸਿਆਸੀ ਧਿਰ ਉਹਨੂੰ ਹੈਂਡਲ ਕਰਦੀ ਹੈ, ਉਹਨਾਂ ਦਾ ਉੱਤੇ ਕਬਜ਼ਾ। ਉਹ ਹਰ ਚੀਜ਼ ਉਹ ਕਰਦੇ ਆ ਜਿਹਦੇ ਨਾਲ ਉਹ ਇਹ ਜਮਾ ਘਟਾਓ ਕਰਕੇ ਵੇਖ ਸਕਣ ਕਿ ਉਹਦਾ ਉਹਨਾਂ ਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ। ਨਹੀਂ ਤਾਂ ਅਦਰਵਾਈਜ਼ ਇਹ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੇ ਮੁਤਵਾਜੀ ਜਥੇਦਾਰਾਂ ਨੂੰ ਅਰਦਾਸ ਤੱਕ ਨਹੀਂ ਕਰਨ ਦਿੰਦੀ। ਸਾਕਾ ਨੀਲਾ ਤਾਰਾ ਦੇ ਦਿਨ ਦੇ ਉੱਤੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਜੀ, ਜਾਂ ਦੀਵਾਲੀ ਦੇ ਮੌਕੇ ਦੇ ਉੱਤੇ ਜਿਹੜੇ ਮੁਤਵਾਜੀ ਜਥੇਦਾਰ ਨੇ ਉਹਨਾਂ ਨੂੰ ਉੱਥੋਂ ਕੌਮ ਦੇ ਨਾਂ ਦੇ ਉੱਤੇ ਸੰਦੇਸ਼ ਦੇਣ ਤੋਂ ਰੋਕਦੀ ਆ। ਆਪਾਂ ਉੱਥੇ ਬਹੁਤ ਸਾਰੀਆਂ ਝੜਪਾਂ ਹੁੰਦੀਆਂ ਦੇਖੀਆਂ ਨੇ। ਉਹ ਮੁਤਵਾਜੀ ਜਥੇਦਾਰ ਉੱਥੇ ਹੀ ਥਾਪੇ ਗਏ ਸੀ, ਉਸੇ ਹੀ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਚੱਬੇ ਹੋਇਆ ਸੀ ਔਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਹੋਇਆ ਸੀ ਜੀ। ਇੱਥੇ ਜੇ ਪਰਮਿਸ਼ਨ ਦਿੱਤੀ ਆ ਤੇ ਸ਼ਾਇਦ ਬਦਲੇ ਹੋਏ ਹਾਲਾਤਾਂ ਦੇ ਵਿੱਚ ਅਕਾਲੀ ਦਲ ਬਾਦਲ ਜਿਹਦੇ ਅੰਡਰ SGPC ਆ, ਉਹ ਹੋ ਸਕਦਾ ਕਿ ਇਹਦੇ ਜਮਾ ਘਟਾਓ ਕੁਛ ਨਾ ਕੁਛ ਕਰਕੇ ਦੇਖ ਰਹੀ ਹੋਵੇ। ਜਿਹੜੀਆਂ ਸੁਰੱਖਿਆ ਏਜੰਸੀਜ਼ ਨੇ, ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਨਿਗਾਹ ਇਹਨਾਂ ਦੇ ਉੱਤੇ ਨਹੀਂ ਬਹੁਤੀ ਹੈ, ਇਸੇ ਕਰਕੇ ਪੁਲਿਸ ਦੇ ਕੋਈ ਬਹੁਤੇ ਸੁਰੱਖਿਆ ਦੇ ਇੰਤਜ਼ਾਮ ਇੱਥੇ ਨਹੀਂ ਕੀਤੇ ਗਏ। ਜੇ ਸੁਰੱਖਿਆ ਏਜੰਸੀਜ਼ ਜਿਹੜੀਆਂ ਸੀਗੀਆਂ ਉਹਨਾਂ ਦੀ ਨਿਗਾਹ ਹੁੰਦੀ ਕਿ ਇੱਥੇ ਕਿੰਨਾ ਇਕੱਠ ਹੋ ਸਕਦਾ, ਫਿਰ ਉਹਨੇ ਵੀ ਆਪਣੇ ਇੰਤਜ਼ਾਮ ਇਸ ਜਗ੍ਹਾ ਦੇ ਉੱਤੇ ਕਰਨੇ ਸੀ। ਪੰਜਾਬ ਤੋਂ ਇਲਾਵਾ ਹਰਿਆਣੇ ਤੋਂ ਵੀ ਲੋਕ ਇੱਥੇ ਆਏ, ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤਬਕਾ ਜਿਹੜਾ ਸੀਗਾ ਉਹ ਇੱਥੇ ਆਇਆ। ਅੰਤਮ ਅਰਦਾਸ ਕੀਤੀ ਗਈ, ਵੱਖ-ਵੱਖ ਬੁਲਾਰਿਆਂ ਨੇ ਇਸ ਸਮਾਗਮ ਨੂੰ ਸੰਬੋਧਨ ਕੀਤਾ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ
इस समागम ਨੂੰ ਸੰਬੋਧਨ ਕੀਤਾ ਉਹਨਾਂ ਨੇ ਇਹ ਗੱਲ ਆਖੀ ਕਿ ਇਹ ਜਿਹੜਾ ਹਾਦਸਾ ਹੋਇਆ ਇਹਦੀ ਜਾਂਚ UNO ਤੋਂ ਕਰਾਉਣ ਦੇ ਵਾਸਤੇ ਯਤਨ ਕਰਨੇ ਚਾਹੀਦੇ ਨੇ ਕਿ ਇੰਟਰਨੈਸ਼ਨਲ ਲੈਵਲ ਦੀ ਜਾਂਚ ਹੋਵੇ ਤਾਂ ਪਤਾ ਜਿਹੜਾ ਉਹ ਲੱਗੇ। ਜਿਸ ਦਿਨ ਇਹ ਹਾਦਸਾ ਹੋਇਆ ਉਸ ਤੋਂ ਉਦੋਂ ਜਿਹੜਾ ਪੁਲਿਸ ਦਾ ਬਿਆਨ ਸੀਗਾ ਉਹ ਇਹ ਕਹਿੰਦਾ ਸੀਗਾ ਕਿ ਡਰਾਈਵਰ ਦੀ ਗਲਤੀ ਆ ਜਿਹੜਾ ਟਰਾਲੀ ਵਾਲੇ ਦੀ ਜੀ। ਤੇ ਉਸ ਤੋਂ ਬਾਅਦ ਉਹ ਡਰਾਈਵਰ ਫੜਿਆ ਗਿਆ। ਡਰਾਈਵਰ ਜਦੋਂ ਫੜਿਆ ਗਿਆ ਤਾਂ ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਉਹ ਕਹਿੰਦਾ ਇਹ ਤਾਂ ਮੈਂ ਬਿਆਨ ਦਿੱਤੇ ਹੀ ਨਹੀਂ ਜਿਹੜੇ ਵੀ ਕਿਹਾ ਗਿਆ ਸੀ ਪੁਲਿਸ ਦੇ ਵੱਲੋਂ ਕਿ ਉਹਨੇ ਆਪਣਾ ਕਬੂਲ ਕਰ ਲਿਆ ਗਿਆ ਗੁਨਾਹ ਕਿ ਮੇਰੀ ਗਲਤੀ ਦੀ ਵਜ੍ਹਾ ਕਰਕੇ ਜਿਹੜਾ ਇਹ ਹਾਦਸਾ ਵਾਪਰਿਆ। ਅਦਾਲਤ ਦੇ ਵਿੱਚ ਜਾ ਕੇ ਉਹਦੇ ਵਕੀਲਾਂ ਨੇ ਇਹ ਗੱਲ ਕਹੀ ਕਿ ਜੀ ਉਹਦਾ ਤਾਂ ਕੋਈ ਕਸੂਰ ਨਹੀਂਗਾ, ਗੱਡੀ ਪਿੱਛੋਂ ਹਿੱਟ ਕੀਤੀ ਆ ਤੇ ਇਹ ਮਹਿਜ਼ ਹਾਦਸਾ ਸੀਗਾ, ਇਸ ਕਰਕੇ ਉਹਨੂੰ ਜ਼ਮਾਨਤ ਚਾਹੀਦੀ ਆ। ਉਹ ਜ਼ਮਾਨਤ ਲੈ ਗਿਆ ਉਸੇ ਦਿਨ ਹੀ। ਮੇਰੀ ਜਾਚੇ ਜਿਹੜੀਆਂ ਜਥੇਬੰਦੀਆਂ ਸਵਾਲ ਖੜਾ ਕਰ ਰਹੀਆਂ ਨੇ ਇਸ ਹਾਦਸੇ ਦੇ ਉੱਤੇ ਉਹਨਾਂ ਨੂੰ ਚੰਗੇ ਵਕੀਲ ਕਰਕੇ ਉਸ ਦਿਨ ਅਦਾਲਤ ਦੇ ਵਿੱਚ ਪੇਸ਼ ਹੋਣਾ ਚਾਹੀਦਾ ਸੀ। ਉਹ ਜਿਹੜੇ ਐਂਗਲ ਕੁਝ ਲੋਕ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਪਾ ਰਹੇ ਨੇ ਉਸ ਹਾਦਸੇ ਦੇ, ਉਹ ਐਂਗਲ ਉਹਨਾਂ ਵਕੀਲਾਂ ਨੂੰ ਦਿੱਤੇ ਜਾਣੇ ਚਾਹੀਦੇ ਸੀਗੇ। ਉਹ ਵਕੀਲ ਉੱਥੇ ਪੇਸ਼ ਕਰਦੇ ਅਦਾਲਤ ਦੇ ਵਿੱਚ ਤਾਂ ਕਿ ਇੱਕ ਤਾਂ ਉਹਦਾ ਰਿਮਾਂਡ ਮਿਲਦਾ ਪੁਲਿਸ ਨੂੰ। ਜੇ ਪੁਲਿਸ ਨੂੰ ਰਿਮਾਂਡ ਮਿਲਦਾ ਤੇ ਹੋ ਸਕਦਾ ਸੀਗਾ ਕਿ ਜੇ ਇਹ ਕਿਹਾ ਜਾ ਰਿਹਾ ਕਿ ਸਾਜ਼ਿਸ਼ ਹੈ ਹਾਦਸਾ ਨਹੀਂ ਤਾਂ ਉਹਦੇ ਵਿੱਚ ਕੀ ਕਹਿੰਦਾ, ਰਿਮਾਂਡ ਤਾਂ ਮਿਲਿਆ ਨਹੀਂ ਪੁਲਿਸ ਨੂੰ ਕਿਉਂਕਿ ਅਦਾਲਤ ਨੇ ਉਹਨੂੰ ਜ਼ਮਾਨਤ ਦੇ ਦਿੱਤੀ। ਇਸ ਕਰਕੇ ਇਹ ਫਰਦਰ ਅੱਗੇ ਵੱਧ ਨਹੀਂ ਸਕਣਾ ਕੇਸ ਮੌਜੂਦਾ ਹਾਲਾਤਾਂ ਦੇ ਵਿੱਚ ਕਿਉਂਕਿ ਉਹਨੇ ਅਦਾਲਤ ਨੇ ਉਹਨੂੰ ਛੱਡਿਆ ਇਸ ਬਿਹਾਫ ਦੇ ਉੱਤੇ ਆ ਕਿ ਇੱਕ ਹਾਦਸਾ ਸੀਗਾ, ਪਿੱਛੋਂ ਆ ਕੇ ਗੱਡੀ ਜਿਹੜੀ ਆ ਉਹ ਟਕਰਾਈ ਆ। ਭਾਰਤੀ ਜਨਤਾ ਪਾਰਟੀ ਦਾ ਨੇਤਾ ਹਰਜੀਤ ਗਰੇਵਾਲ ਉਹਨੇ ਇਹ ਗੱਲ ਕਹੀ ਆ ਕਿ ਦੀਪ ਸਿੱਧੂ ਹੋਰਾਂ ਦੇ ਭੋਗ ਦੇ ਉੱਤੇ ਇੰਨੀ ਭੀੜ ਇਕੱਠੀ ਹੋਣੀ ਇੱਕ ਸਾਜ਼ਿਸ਼ ਹੈ। ਹਰਜੀਤ ਗਰੇਵਾਲ ਨੇ ਇਹ ਗੱਲ ਕਹੀ ਆ ਕਿ ਭੋਗ ਦੇ ਉੱਤੇ ਇਸ ਤਰ੍ਹਾਂ ਦੇ ਮਾਰਚ ਕੱਢਣੇ ਤੇ ਸੜਕਾਂ ਦੇ ਉੱਤੇ ਉਤਰਨਾ ਇਹ ਕੋਈ ਉਹਨੂੰ ਸਾਜ਼ਿਸ਼ ਲੱਗ ਰਹੀ ਹੈ ਹਰਜੀਤ ਗਰੇਵਾਲ ਨੂੰ। ਇਹ ਵੀ ਕਿਹਾ ਕਿ ਦੀਪ ਸਿੱਧੂ ਕੋਈ ਯੂਥ ਆਈਕਨ ਨਹੀਂ ਸੀਗਾ, ਹਾਲਾਂਕਿ ਹਾਦਸੇ ਦੇ ਵਿੱਚ ਉਹਦੀ ਜਾਨ ਗਈ। ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਆ। ਇਹ ਗੱਲ ਹਰਜੀਤ ਗਰੇਵਾਲ ਜਿਹੜਾ ਉਹ ਕਹਿ ਰਿਹਾ। ਆਉਂਦੇ ਦਿਨਾਂ ਦੇ ਦੌਰਾਨ ਮੇਰੀ ਜਾਚੇ ਇਹ ਮਾਮਲਾ ਚੱਲਦਾ ਰਹੂਗਾ। ਉਹਦੇ ਵਿਰੋਧੀ ਵਿਚਾਰਾਂ ਵਾਲੇ, ਉਹਦੇ ਹੱਕ ਦੇ ਵਿਚਾਰਾਂ ਵਾਲੇ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਈ ਕੁਝ ਲਿਖੀ ਜਾ ਰਹੇ ਨੇ, ਵਿਰੋਧ ਕਰਨ ਵਾਲੇ ਉਹਦਾ ਵਿਰੋਧ ਵੀ ਕਰੀ ਜਾ ਰਹੇ ਨੇ, ਉਹਦੀ ਮੌਤ ਦੇ ਉੱਤੇ ਕਿੰਤੂ ਪਰੰਤੂ ਕਰੀ ਜਾਂਦੇ ਨੇ। ਜਿਹੜੇ ਉਹਦੇ ਹੱਕ ਦੇ ਵਿੱਚ ਲਿਖਣ ਵਾਲੇ ਨੇ ਉਹ ਉਹਦੇ ਹੱਕ ਵਾਲੀ ਗੱਲ ਕਰੀ ਜਾ ਰਹੇ ਨੇ, ਉਹਦੇ ਉੱਤੇ ਦੂਜਿਆਂ ਨੂੰ ਗਾਲਾਂ ਕੱਢ ਰਹੇ ਨੇ। ਆਈ ਥਿੰਕ ਗਾਲੋ ਗਾਲੀ ਹੋਣ ਤੋਂ ਬਿਨਾਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਮਹਿਜ਼ ਬਹਿਸਬਾਜ਼ੀ ਕਰਨ ਤੋਂ ਬਿਨਾਂ ਕਾਨੂੰਨੀ ਨੁਕਤਾ ਨਿਗਾਹ ਤੋਂ ਇਹਨੂੰ ਵੇਖਿਆ ਜਾਣਾ ਚਾਹੀਦਾ ਸੀ ਕੇਸ ਨੂੰ ਜੀ। ਜੇਕਰ ਅਦਾਲਤ ਦੇ ਵਿੱਚ ਵਕੀਲ ਉਦੋਂ ਪੇਸ਼ ਕੀਤੇ ਜਾਂਦੇ ਤੇ ਮੇਰਾ ਖਿਆਲ ਸ਼ਾਇਦ ਇਹਦਾ ਇਸ ਹਾਦਸੇ ਦਾ ਐਂਗਲ ਕੋਈ ਨਾ ਕੋਈ ਹੋਰ ਨਿਕਲ ਆਉਂਦਾ। ਹਾਦਸੇ ਰੋਜ਼ ਵਾਪਰਦੇ ਆ। ਉਂਝ ਤਾਂ ਪੰਜਾਬ ਦੇ ਵਿੱਚ ਤਕਰੀਬਨ ਔਨ ਦੀ ਸਪੌਟ 12 ਲੋਕਾਂ ਦੀ ਮੌਤ ਸੜਕ ਹਾਦਸਿਆਂ ਦੇ ਵਿੱਚ ਰੋਜ਼ ਹੁੰਦੀ ਹੈ ਔਨ ਦੀ ਸਪੌਟ, ਜਿਨ੍ਹਾਂ ਦੀ ਡੈਥ ਬਾਅਦ ਦੇ ਵਿੱਚ ਹੁੰਦੀ ਆ ਕੁਝ ਦਿਨਾਂ ਤੋਂ ਬਾਅਦ ਹਸਪੀਟਲ ਜਾ ਕੇ, ਉਹ ਸੈਪਰੇਟ ਹੈ। ਇੱਥੇ ਸੜਕਾਂ ਅਣਸੁਰੱਖਿਅਤ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਸਪੀਡ ਬੜੀ ਆ ਔਰ ਅਨਸੇਫ ਵਹੀਕਲ ਜਿਹੜੇ ਨੇ ਖਾਸ ਤੌਰ ਦੇ ਉੱਤੇ ਵੱਡੇ ਵਹੀਕਲ ਉਹ ਹਾਦਸਿਆਂ ਦਾ ਕਾਰਨ ਬਣਦੇ ਆ। ਇਹ ਹਾਦਸਾ ਆ ਜਾਂ ਹਾਦਸਾ ਨਹੀਂ, ਸਾਜ਼ਿਸ਼ ਆ ਸਾਜ਼ਿਸ਼ ਨਹੀਂ, ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ। ਪੁਲਿਸ ਇਹ ਕਹਿੰਦੀ ਆ ਕਿ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ, ਪਰ ਇਉਂ ਲੱਗਦਾ ਕਿ ਪੁਲਿਸ ਮਹਿਜ਼ ਕਹਿਣ ਤੱਕ ਸੀਮਤ ਹੈ ਕਿ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ। ਹੁਣ ਇਹਦੀ ਫਰਦਰ ਇਨਵੈਸਟੀਗੇਸ਼ਨ ਕਿਹੜੇ ਤਰੀਕੇ ਦੇ ਨਾਲ ਹੋਊਗੀ, ਇਹ ਵੱਡਾ ਸਵਾਲ ਹੈ। ਜਦੋਂ ਪੁਲਿਸ ਨੂੰ ਰਿਮਾਂਡ ਹੀ ਕੋਈ ਨਹੀਂ ਮਿਲਿਆ ਉਹਦਾ ਡਰਾਈਵਰ ਦਾ ਤੇ ਉਹਦੇ ਵਕੀਲਾਂ ਨੇ ਇੱਕਦਮ ਉਹ ਜ਼ਮਾਨਤ ਲੈ ਗਏ। ਜਿਹੜੇ ਮੋਟਰ ਵਹੀਕਲ ਐਕਟ ਨੇ ਉਹ ਨਾ ਬੜੇ ਫਲੈਕਸੀਬਲ ਨੇ ਇਸ ਮਾਮਲੇ ਦੇ ਉੱਤੇ ਭਾਰਤ ਦੇ ਜੀ। ਇਹਨਾਂ ਦੇ ਵਿੱਚ ਬੜੀ ਛੇਤੀ ਜ਼ਮਾਨਤ ਮਿਲ ਜਾਂਦੀ ਹੈ। ਨਵੇਂ ਵਹੀਕਲ ਐਕਟ ਜਿਹੜੇ ਆਏ ਨੇ ਉਹ ਬੜੇ ਸਖਤ ਨੇ, ਪਰ ਇੱਥੇ ਇੱਕ ਚੀਜ਼ ਜਿਹੜੀ ਆ, ਇਹ ਜਿਹੜਾ ਵਹੀਕਲ ਆ ਇਹ ਪਿੱਛੋਂ ਵੱਜਿਆ। ਦੁਨੀਆ ਦੇ ਵਿੱਚ ਜਿੰਨੇ ਵੀ ਮੋਟਰ ਵਹੀਕਲ ਐਕਟ ਨੇ ਬਹੁਤਿਆਂ ਦੇ ਵਿੱਚ ਇਹ ਕਿਹਾ ਜਾਂਦਾ, ਇਹ ਮੰਨਿਆ ਜਾਂਦਾ, ਉਹ ਐਕਟ ਜਿਹੜੇ ਇਸ ਚੀਜ਼ ਨੂੰ ਮੰਨਦੇ ਆ ਕਿ ਜਿਹਨੇ ਪਿੱਛੋਂ ਹਿੱਟ ਕੀਤਾ ਉਹਦਾ ਕਸੂਰ ਮੰਨਿਆ ਜਾਂਦਾ ਜੀ। ਫੋਲੋ ਟੂ ਕਲੋਜ਼ ਕਹਿੰਦੇ ਆ ਇਹਨੂੰ, ਫੋਲੋ ਟੂ ਕਲੋਜ਼ ਕਿ ਬਹੁਤ ਨੇੜੇ ਤੋਂ ਜਿਹੜੀ ਉਹ ਚਲਾਉਣੀ ਗੱਡੀ। ਗੱਡੀ ਦੀ ਸਪੀਡ ਕਿੰਨੀ ਸੀ, ਉਹ ਕਿਵੇਂ ਵੱਜੀ, ਕੀ ਹੋਇਆ, ਕੀ ਆ। ਆਈ ਥਿੰਕ ਜਿਹੜੇ ਕਾਨੂੰਨੀ ਮਾਹਰ ਨੇ ਅਜੇ ਵੀ
ਉਹਨਾਂ ਦੀ ਸਲਾਹ ਲੈ ਕੇ ਇਹਨੂੰ ਅਦਾਲਤੀ ਰੂਪ ਦੇ ਵਿੱਚ ਚੈਲੰਜ ਕੀਤਾ ਜਾਣਾ ਚਾਹੀਦਾ। ਨਹੀਂ ਤਾਂ ਅਦਰਵਾਈਜ਼ ਇਹ ਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਇੱਕ ਸੜਕ ਹਾਦਸਾ ਕਹਿ ਕੇ ਪੁਲਿਸ ਨੇ ਅੱਗੋਂ ਇਹਦੇ ਫਰਦਰ ਬਹੁਤਾ ਨਹੀਂ ਚੱਲਣਾ। ਜਿਹੜਾ ਡਰਾਈਵਰ ਆ ਉਹਨੂੰ ਹਾਰਡਲੀ ਮੈਂ ਕਿਸੇ ਜਿਹੜੇ ਕਾਨੂੰਨੀ ਜਾਣਕਾਰ ਨੇ ਉਹ ਤੋਂ ਪੁੱਛਿਆ ਸੀਗਾ, ਉਹ ਕਹਿੰਦੇ 3 ਮਹੀਨੇ ਤੱਕ ਮੈਕਸਿਮਮ ਸਜ਼ਾ ਉਹਨੂੰ ਹੋ ਸਕਦੀ ਆ। ਤੇ ਜਦੋਂ ਇੰਨੀ 3 ਮਹੀਨੇ ਦੀ ਸਜ਼ਾ ਹੁੰਦੀ ਆ, ਉਹਦੀ ਜ਼ਮਾਨਤ ਜਿਹੜੀ ਆ ਉਹ ਉਸੇ ਵੇਲੇ ਔਨ ਦੀ ਸਪੌਟ ਮਿਲ ਜਾਂਦੀ ਹੈ ਅਦਾਲਤ ਦੇ ਵਿੱਚੋਂ। ਜੀ, ਜੇਕਰ ਅਸੀਂ ਇਸ ਗੱਲ ਦੀ ਹੋਰ ਥੋੜ੍ਹੀ ਜਿਹੀ ਗੱਲ ਹੋਰ ਕਰੀਏ ਤੇ ਜੇ ਅਸੀਂ ਹੋਸ਼ ਤੋਂ ਕੰਮ ਲਿਆ ਹੁੰਦਾ ਤੇ ਇਸ ਕੇਸ ਨੂੰ ਅਸੀਂ ਕਿਸੇ ਨਤੀਜੇ ਤੱਕ ਪਹੁੰਚਾ ਸਕਦੇ ਸੀ। ਜਿਹੜੇ ਵੀ ਲੋਕ ਉਹਦੇ ਲਈ ਸ਼ਰਧਾਂਜਲੀ ਰੱਖਦੇ ਸੀ, ਉਹਦੇ ਨੇੜੇ ਸੀ, ਇਸ ਕੇਸ ਨੂੰ ਹੱਲ ਕਰਨਾ ਚਾਹੁੰਦੇ ਸੀ, ਜਾਂ ਜਿਨ੍ਹਾਂ ਨੂੰ ਇਹਦੇ ਵਿੱਚ ਸਾਜ਼ਿਸ਼ੀ ਜਿਹੜੇ ਆ ਕੁਝ ਤੱਤ ਨਜ਼ਰ ਆਉਂਦੇ ਸੀ, ਪਰ ਸਿਰਫ ਔਰ ਸਿਰਫ ਸ਼ੋਰ ਕਰਕੇ ਜਾਂ ਇੱਕ ਮਾਹੌਲ ਸੋਸ਼ਲ ਮੀਡੀਆ ਤੇ ਬਣਾ ਕੇ ਹੀ ਇਸ ਕੇਸ ਨੂੰ ਥੋੜ੍ਹਾ ਜਿਹਾ ਕਮਜ਼ੋਰ ਕਰ ਲਿਆ ਗਿਆ। ਕੀ ਖਿਆਲ ਹੈ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਨੂੰ ਐਕਚੁਅਲੀ ਜੇ ਸਾਜ਼ਿਸ਼ ਦੇ ਤੌਰ ਦੇ ਉੱਤੇ ਰੱਖਣਾ ਸੀਗਾ ਤਾਂ ਫਿਰ ਤੁਹਾਡੀ ਗੱਲ ਠੀਕ ਹੈ। ਫਿਰ ਇਹਨੂੰ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਤੋਂ ਪੁੱਛ ਕੇ ਉਹਨਾਂ ਦੇ ਨਾਲ ਚੱਲ ਕੇ ਔਰ ਤੁਰੰਤ ਜਦੋਂ ਡਰਾਈਵਰ ਦੀ ਅਰੈਸਟ ਹੁੰਦੀ ਹੈ ਜੀ ਉਦੋਂ ਹੀ ਐਕਟਿਵ ਹੋਣਾ ਚਾਹੀਦਾ ਸੀਗਾ ਜੀ। ਇਹ ਗੱਲ ਤੁਹਾਡੀ ਠੀਕ ਹੈ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਰੌਲਾ, ਇਹ ਠੀਕ ਹੈ, ਉਹਨੂੰ ਚਾਹੁਣ ਵਾਲੇ ਹੋਣਗੇ ਜੀ, ਨਵਜੋਤ ਉਹਨੂੰ ਦੀਪ ਸਿੱਧੂ ਨੂੰ ਚਾਹੁਣ ਵਾਲੇ, ਉਹਦੇ ਵਿਚਾਰਾਂ ਦੀ ਕਦਰ ਕਰਨ ਵਾਲੇ ਹੋਣਗੇ। ਤੁਸੀਂ ਇਸ ਗੱਲ ਨੂੰ ਕੱਟ ਨਹੀਂ ਸਕਦੇ, 1% ਵੀ ਨਹੀਂ ਕੱਟ ਸਕਦੇ। ਹਰੇਕ ਦੇ ਹੁੰਦੇ ਨੇ ਉਹਨੂੰ ਫੋਲੋ ਕਰਨ ਵਾਲੇ ਵੀ। ਆਫਟਰ ਆਲ ਜਦੋਂ ਉਹਦੀਆਂ ਲਾਈਵ ਵੀਡੀਓ ਹੁੰਦੀਆਂ ਸੀਗੀਆਂ ਉਹਦੇ ਬਹੁਤ ਸਾਰੇ ਵਿਊ ਹੁੰਦੇ ਸੀਗੇ। ਇਸੇ ਕਰਕੇ ਜਿਹੜੇ ਵੈਬ ਚੈਨਲ ਨੇ ਉਹਦੀਆਂ ਵੀਡੀਓਜ਼ ਨੂੰ ਚੁੱਕਦੇ ਸੀਗੇ। ਉਹ ਇਸ ਕਰਕੇ ਚੁੱਕਦੇ ਸੀਗੇ ਕਿ ਉਹਨਾਂ ਨੂੰ ਕਮੈਂਟ ਤੇ ਲਾਈਕ ਚਾਹੀਦੇ ਹੁੰਦੇ ਆ ਜੀ। ਉਹ ਫੇਮਸ ਤਾਂ ਸੀਗਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ, ਪਰ ਇਹਨੂੰ ਐਂਗਲ ਜਿਹੜਾ ਜੀ ਉਹ ਕਾਨੂੰਨਨ ਐਂਗਲ ਦੇਖਿਆ ਜਾਣਾ ਚਾਹੀਦਾ ਸੀਗਾ। ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਰੌਲਾ ਪਾ ਲਿਆ ਗਿਆ। ਜਿਹੜੇ ਉਹਦੇ ਵਿਰੋਧ ਦੇ ਵਿੱਚ ਵੀ ਲਿਖ ਰਹੇ ਆ ਇਸ ਵੇਲੇ, ਜਿਹੜੇ ਡਿਫਰੈਂਟ ਐਂਗਲ ਤੋਂ ਲਿਖ ਰਹੇ ਆ ਕਿ ਹਾਦਸਾ ਕਿਉਂ ਵਾਪਰਿਆ, ਕਿਵੇਂ ਹੋਇਆ, ਉਹ ਸ਼ਹੀਦ ਸੀਗਾ ਨਹੀਂ ਸੀਗਾ। ਮੇਰੀ ਚਾਚੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ, ਜੇ ਉਹਦੇ ਹੱਕ 'ਚ ਲਿਖ ਰਹੇ ਆ ਉਹਨਾਂ ਨੂੰ ਲਿਖ ਰਹਿਣ ਦਿਓ, ਕੋਈ ਗੱਲ ਨਹੀਂ, ਫਿਰ ਕੀ ਹੋਇਆ। ਤੁਸੀਂ ਵਿਰੋਧ ਦੇ ਵਿੱਚ ਨਾ ਲਿਖੋ, ਸਿਆਣਪ ਇਹਦੇ ਵਿੱਚ ਹੁੰਦੀ ਹੈ। ਇਹ ਟਕਰਾਓ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਨਾ ਜੀ, ਇਸ ਮਾਮਲੇ ਨੂੰ ਲੈ ਕੇ ਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਆਫਟਰ ਆਲ ਚਾਹੇ ਤੁਸੀਂ ਜੋ ਮਰਜ਼ੀ ਕਹੀ ਚੱਲੋ, ਇੱਕ ਮੌਤ ਹੋਈ ਆ, ਇੱਕ ਜਵਾਨ ਮੌਤ ਹੋਈ ਆ। ਇਸ ਕਰਕੇ ਉਹਦਾ ਦਰਦ ਤਾਂ ਹੁੰਦਾ। ਮੈਂ ਫਿਰ ਕਹੂੰਗਾ ਜਿੱਥੋਂ ਸ਼ੁਰੂ ਕੀਤਾ ਸੀ, ਜਿੱਥੇ ਜਿਹੜਾ ਦਰਦ ਅਸਲ ਦੇ ਵਿੱਚ ਹੈ ਉਹ ਤਾਂ ਉਹਦੇ ਪੇਰੈਂਟਸ ਨੂੰ ਆ, ਉਹਦੇ ਘਰਦਿਆਂ ਨੂੰ। ਜੀ ਪੰਨੂ ਸਾਹਿਬ, ਗੱਲ ਬਿਲਕੁਲ ਠੀਕ ਆ। ਅਸੀਂ ਬਹੁਤ ਵਾਰ ਉਲਝ ਜਾਂਦੇ ਹਾਂ ਵਿਚਾਰਾਂ ਦੇ ਵਿੱਚ ਜਾਂ ਤਕਰਾਰਾਂ ਦੇ ਵਿੱਚ, ਤੇ ਸਹੀ ਗੱਲ ਜਿਹੜੀ ਆ ਉਹਨੂੰ ਫੜ ਨਹੀਂ ਪਾਉਂਦੇ। ਸਮਾਂ ਇੱਕ ਬ੍ਰੇਕ ਦਾ ਹੈ ਜੀ, ਫਿਰ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲ। ਵਾਪਸੀ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸਾਡੇ ਨਾਲ ਨੇ ਬਲਤੇਜ ਪੰਨੂ ਜੀ। ਪੰਨੂ ਸਾਹਿਬ, ਅੰਤਰਰਾਸ਼ਟਰੀ ਪੋਲਿਟਿਕਸ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਾਅਦ ਇੱਕ ਯੁੱਧ ਸ਼ੁਰੂ ਹੋ ਗਿਆ। ਹਾਲਾਂਕਿ ਇਹ ਸ਼ਬਦ ਜਿਹੜੇ ਨੇ ਉਲਟੇ ਲੱਗਣਗੇ, ਯੁੱਧ ਕਦੇ ਵੀ ਨਹੀਂ ਹੋਣਾ ਚਾਹੀਦਾ, ਪਰ ਇੱਕ ਯੁੱਧ ਸ਼ੁਰੂ ਹੋ ਗਿਆ। ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਰੂਸ ਤੇ ਯੂਕਰੇਨ ਟਕਰਾਵ ਦੀ ਸਥਿਤੀ ਦੇ ਵਿੱਚ ਹਨ, ਤੇ ਹੁਣ ਟੈਲੀਵਿਜ਼ਨ ਚੈਨਲ ਸਵੇਰ ਤੋਂ ਜਾਂ ਕੱਲ੍ਹ ਤੋਂ ਹੀ ਦਿਖਾ ਰਹੇ ਨੇ ਕਿ ਹਮਲਾ ਜਿਹੜਾ ਉਹ ਸ਼ੁਰੂ ਹੋ ਗਿਆ। ਕੀ ਸਥਿਤੀ ਹੈ ਜੀ? ਦੇਖੋ, ਇਸ ਵੇਲੇ ਜਿਹੜਾ ਆਮ ਬੰਦਾ ਹੈ ਨਾ, ਉਹ ਆਪਣੀ ਰੋਟੀ ਲਈ ਯੁੱਧ ਲੜ ਰਿਹਾ ਜੀ, ਕਿਉਂਕਿ ਕਰੋਨਾ ਕਾਲ ਅਜੇ ਓਵਰ ਨਹੀਂ ਹੋਇਆ। ਜਿਹੜੇ ਕਰਫਿਊ ਲੱਗੇ, ਜਿਹੜੇ ਲੋਕਡਾਊਨ ਹੋਏ, ਉਹਨੇ ਦਰੜ ਕੇ ਰੱਖਤਾ ਆਮ ਬੰਦਾ, ਔਰ ਇਹਦੇ ਵਿੱਚ ਮਿਡਲ ਕਲਾਸ ਵੀ ਦਰੜੀ ਗਈ ਜੀ। ਜੇ ਕਿਸੇ ਦੀ ਇਹਦੇ ਦੌਰਾਨ ਇਨਕਮ ਵਧੀ ਜਾਂ ਉਹਦੇ ਕਮਾਈ ਦੇ ਵਿੱਚ ਵਾਧਾ ਹੋਇਆ, ਉਹ 2-3 ਲੋਕ ਨੇ। ਜਾਂ ਤਾਂ ਕਾਰਪੋਰੇਟ ਜਿਹੜੇ ਘਰਾਣੇ ਨੇ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਇਆ, ਜਾਂ ਪੋਲੀਟੀਸ਼ੀਅਨਾਂ ਦੀ ਜਦੋਂ ਆਪਾਂ ਆਮਦਨ ਦੇਖਦੇ ਹਾਂ ਤੇ ਉਹਦੇ ਵਿੱਚ ਵਾਧਾ ਹੋਇਆ। ਇੱਕ ਆਮ ਰੇਹੜੀ ਲਾਉਣ ਵਾਲਾ, ਇੱਕ ਛੋਟੀ ਦੁਕਾਨ ਵਾਲਾ, ਇੱਕ ਛੋਟਾ ਬਿਜ਼ਨਸ ਕਰਨ ਵਾਲਾ, ਉਹ ਰਗੜਿਆ ਗਿਆ। ਈਵਨ ਮਿਡਲ ਕਲਾਸ ਵੀ ਰਗੜਿਆ ਗਿਆ। ਇਹਦੇ ਇੰਪੈਕਟ ਕੁਝ ਦਿਸ ਵੀ ਰਹੇ ਆ, ਕੁਝ ਆਉਂਦੇ ਸਮੇਂ ਦੇ ਦੌਰਾਨ ਦਿਸਣੇ ਵੀ ਆ। ਵੱਡੀਆਂ ਵੱਡੀਆਂ ਕੰਪਨੀਆਂ ਡੋਲ ਗਈਆਂ ਇਸ ਸਭ ਦੇ ਦੌਰਾਨ। ਆਈ ਥਿੰਕ ਜਦੋਂ ਇੱਕ ਪਾਸੇ ਅੱਜ ਪ੍ਰਚਾਰ ਇਹ ਹੁੰਦਾ ਕਿ ਸਿੰਗਲ ਡੋਜ਼ ਲੱਗੀ ਹੈ, ਡਬਲ ਡੋਜ਼ ਲੱਗੀ ਹੈ, ਬੂਸਟਰ ਡੋਜ਼ ਲੱਗ ਗਈ,
ਬੱਚਿਆਂ ਨੂੰ ਡੋਜ਼ ਲੱਗ ਗਈ, ਬੱਚਿਆਂ ਦੇ ਸਕੂਲ ਖੁੱਲ੍ਹ ਗਏ, ਬੱਚਿਆਂ ਦੇ ਕਾਲਜ ਖੁੱਲ੍ਹ ਗਏ, ਕਿੱਧਰ ਨੂੰ ਇਕੋਨਮੀ ਜਾਊਗੀ। ਉਦੋਂ ਯੁੱਧ ਵਰਗੀਆਂ ਗੱਲਾਂ ਜਿਹੜੀਆਂ ਉਹ ਸੁਣਨੀਆਂ ਅਟਪਟੀਆਂ ਲੱਗਦੀਆਂ ਨੇ, ਪਰ ਇਹ ਗੱਲਾਂ ਸੁਣਨ ਵਾਸਤੇ ਨਹੀਂ, ਬਲਕਿ ਜਿਹੜੀ ਆ ਉਹ ਯੁੱਧ ਤਾਂ ਸ਼ੁਰੂ ਹੋ ਗਿਆ ਜੀ। ਔਰ ਰਸ਼ੀਆ ਨੇ ਜਦੋਂ ਕਿ ਨੈਟੋ ਜਿਹੜੀਆਂ ਨੇ ਜਾਂ ਅਮਰੀਕਾ, ਨੈਟੋ ਫੋਰਸਿਸ ਤੇ ਅਮਰੀਕਾ, ਉਹ ਇਹਦੇ ਉੱਤੇ ਪ੍ਰਤੀਕਰਮ ਦਿੰਦੇ ਰਹਿ ਗਏ। ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਜੀ। ਯੂਕਰੇਨ ਬਹੁਤ ਛੋਟਾ ਜਿਹਾ ਮੁਲਕ ਹੈ, ਪਰ ਜੇ ਦੇਖਿਆ ਜਾਵੇ ਤਾਂ ਰਸ਼ੀਆ ਇਹ ਨਹੀਂ ਚਾਹੁੰਦਾ ਕਿ ਉਹ ਨੈਟੋ ਫੋਰਸਿਸ ਦਾ ਹਿੱਸਾ ਬਣੇ, ਜਦੋਂ ਕਿ ਅਮਰੀਕਾ ਉਹਨੂੰ ਨੈਟੋ ਦਾ ਹਿੱਸਾ ਬਣਾ ਕੇ ਇਸ ਕਰਕੇ ਰਾਜੀ ਆ ਕਿ ਅਮਰੀਕਾ ਦਾ ਸੌਦਾ ਵਿਕਦਾ। ਅਮਰੀਕਾ ਇਹ ਸਮਝਦਾ ਕਿ ਜੇ ਮੈਂ ਉੱਥੇ ਆਪਣੀਆਂ ਮਿਜ਼ਾਈਲਾਂ ਬੀੜ ਕੇ ਰੱਖੀਆਂ ਤਾਂ ਮੇਰਾ ਸੌਦਾ ਵਾਵਾ ਜਰਾ ਖੁਸ਼ ਹੋ ਕੇ ਵਿਕੂਗਾ। ਹੁਣ ਇਹਦੇ ਉੱਤੇ ਵਿਸ਼ਵ ਦਾ ਪ੍ਰਤੀਕਰਮ ਆ ਰਿਹਾ ਆਪੋ ਆਪਣਾ। ਜਿਹੜੇ ਤਾਂ ਹੈਗੇ ਨੇ ਨੈਟੋ ਦੇ ਨਾਲ, ਉਹ ਤਾਂ ਤਿੱਖਾ ਪ੍ਰਤੀਕਰਮ ਦੇ ਰਹੇ ਨੇ, ਜਿਹੜੇ ਅਗੇਂਸਟ ਨੇ ਉਹਨਾਂ ਦਾ ਡਿਫਰੈਂਟ ਟਾਈਪ ਦਾ ਪ੍ਰਤੀਕਰਮ ਹੈ ਜੀ। ਹੈਰਾਨੀਜਨਕ ਤਰੀਕੇ ਦੇ ਨਾਲ ਚਾਈਨਾ ਨੇ ਇਹ ਰਸ਼ੀਆ ਦੀ ਸਪੋਰਟ ਕੀਤੀ ਹੈ, ਕਿਉਂਕਿ ਚਾਈਨਾ ਇਹ ਸਮਝਦਾ ਕਿ ਜੇ ਨੈਟੋ ਦਾ ਹਿੱਸਾ ਯੂਕਰੇਨ ਬਣਦਾ, ਉਹਦੀਆਂ ਮਿਜ਼ਾਈਲਾਂ ਉੱਥੇ ਅਮਰੀਕਾ ਦੀਆਂ ਆਉਂਦੀਆਂ ਨੇ, ਉਹ ਜਿੰਨਾ ਰਸ਼ੀਆ ਨੂੰ ਖਤਰਾ ਉਹਨਾਂ ਨੂੰ ਚਾਈਨਾ ਨੂੰ ਵੀ ਖਤਰਾ। ਬਿਲਕੁਲ ਵੇਖਿਆ ਜਾਵੇ ਤਾਂ ਭਾਰਤ ਨੂੰ ਵੀ ਉਨਾ ਹੀ ਜਿਹੜਾ ਉਹ ਖਤਰਾ ਹੈ ਜੀ। ਭਾਰਤ ਇਸ ਮਾਮਲੇ ਦੇ ਵਿੱਚ ਅਜੇ ਕੁਝ ਬਹੁਤਾ ਨਹੀਂ ਬੋਲ ਰਿਹਾ। ਉਹ ਕਹਿੰਦਾ ਮੈਂ ਨਿਊਟਰਲ ਹਾਂ। ਨਿਊਟਰਲ ਕਿਵੇਂ ਰਿਹਾ ਜਾ ਸਕਦਾ? ਜਾਂ ਤਾਂ ਤੁਸੀਂ ਯੁੱਧ ਦੇ ਹੱਕ 'ਚ ਹੋਵੋਗੇ ਜਾਂ ਤੁਸੀਂ ਯੁੱਧ ਦੇ ਵਿਰੋਧ ਹੋਵੋਗੇ ਜੀ। ਇੱਕ ਗੱਲ ਤਾਂ ਕਰੋਗੇ ਨਾ, ਤੁਸੀਂ ਵਿੱਚ ਵਿਚਾਲੇ ਥੋੜੀ ਖੜੋ ਸਕਦੇ ਆ ਕਿ ਮੈਂ ਅਜੇ ਦੇਖੂੰਗਾ ਹਾਂ ਮੈਂ ਇਸ ਯੁੱਧ ਦੇ ਹੱਕ 'ਚ ਹਾਂ ਮੈਂ ਇਸ ਯੁੱਧ ਦੇ ਵਿਰੋਧ ਦੇ ਵਿੱਚ। ਇਦਾਂ ਨਹੀਂ ਹੋ ਸਕਦਾ। ਤੁਹਾਨੂੰ ਸਟੈਂਡ ਤਾਂ ਕੋਈ ਨਾ ਕੋਈ ਲੈਣਾ ਪਊਗਾ, ਚਾਹੇ ਉਹ ਤੁਸੀਂ ਰਸ਼ੀਆ ਦੇ ਹੱਕ ਦੇ ਵਿੱਚ ਜਾਓ ਤੇ ਚਾਹੇ ਤੁਸੀਂ ਰਸ਼ੀਆ ਦੇ ਵਿਰੋਧ ਦੇ ਵਿੱਚ ਜਾਓ ਜੀ। ਲੋਕ ਜਿਹੜੇ ਨੇ ਉੱਥੇ ਡਰ ਗਏ, ਲੋਕ ਭੱਜ ਰਹੇ ਆ ਯੂਕਰੇਨ ਦੇ ਵਿੱਚੋਂ। 12 ਥਾਵਾਂ ਦੇ ਉੱਤੇ ਜਿਹੜੀਆਂ ਉਹ 에ਅਰ ਸਟ੍ਰਾਈਕ ਕੀਤੀਆਂ ਗਈਆਂ ਨੇ ਹੁਣ ਤੱਕ। ਜਿਹੜੀਆਂ ਕਈ ਥਾਵਾਂ ਦੇ ਉੱਤੋਂ ਮੌਤਾਂ ਦੀ ਖਬਰ ਆ ਰਹੀ ਹੈ। ਕੀਵ, ਖਾਰਕਿਵ, ਵੋਰੰਜ਼ੇ, ਯੂਕਰੇਨ, ਮੋਲਡੋਵਾ, ਰੋਮਾਨੀਆ, ਜਿਹੜਾ ਇੱਥੇ ਇਹ ਜਿਹੜੇ ਧਮਾਕੇ ਨੇ ਉਹ ਕੀਤੇ ਗਏ ਨੇ, ਬੰਬ ਸੁੱਟੇ ਗਏ ਆ। ਲੋਕ ਸਰਹੱਦਾਂ ਵੱਲ ਨੂੰ ਭੱਜ ਰਹੇ ਆ ਔਰ ਲੁਕਣ ਲਈ ਜਗ੍ਹਾ ਲੱਭ ਰਹੇ ਆ ਤਾਂ ਕਿ ਇਹਨਾਂ ਬੰਬਾਂ ਤੋਂ ਬਚਾਅ ਕੀਤਾ ਜਾ ਸਕੇ। ਜਿਹੜਾ ਇੱਥੇ 에ਅਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਕਿਸੇ ਕਿਸਮ ਦਾ ਉਹਨੂੰ ਖਤਰਾ ਨਾ ਹੋਵੇ। ਰੂਸ ਨੇ ਯੂਕਰੇਨ ਨੂੰ 3 ਪਾਸਿਆਂ ਤੋਂ ਘੇਰ ਲਿਆ। ਬੈਲਾਰੂਸ ਦੇ ਵਿੱਚ ਵੀ 30,000 ਫੌਜ ਜਿਹੜੀ ਆ ਉਹ ਚਲੇਗੀ ਹੋਈ ਆ ਰੂਸ ਦੀ, ਕਿਉਂਕਿ ਰੂਸ ਨੇ ਕੀ ਕੀਤਾ, ਇਹਦੇ ਯੂਕਰੇਨ ਦੇ ਜਿਹੜੇ 2 ਸ਼ਹਿਰ ਨੇ, ਸ਼ਹਿਰ ਹੀ ਨੇ ਜਾਂ ਪ੍ਰਾਂਤ ਛੋਟੇ ਛੋਟੇ, ਉਹਨਾਂ ਦੋਨਾਂ ਨੂੰ ਆਜ਼ਾਦ ਡਿਕਲੇਅਰ ਕਰ ਦਿੱਤਾ ਕਿ ਆਜ਼ਾਦ ਹੋ ਗਏ ਯੂਕਰੇਨ ਦੇ ਨਾਲੋਂ, ਤੇ ਉੱਥੇ ਆਪਣੀ ਫੌਜ ਭੇਜ ਦਿੱਤੀ। ਜਦੋਂ ਫੌਜ ਭੇਜੀ ਤਾਂ ਉਦੋਂ ਜਿਹੜੀਆਂ ਨੈਟੋ ਫੋਰਸਿਸ ਨੇ ਜਾਂ ਅਮਰੀਕਾ ਨੇ ਇਹ ਗੱਲ ਕਹੀ ਕਿ ਜੇ ਹਮਲਾ ਕੀਤਾ ਤੇ ਵੇਖ ਲੈਣਾ। ਉਹਨੇ ਹਮਲਾ ਵੀ ਜਿਹੜਾ ਦੀ ਉਹ ਕਰ ਦਿੱਤਾ, ਕਿਉਂਕਿ ਅਮਰੀਕਾ ਨੇ ਦੂਰੋਂ ਆਉਣਾ, ਰਸ਼ੀਆ ਤਾਂ ਉੱਥੇ ਨਾਲ ਉਹਦੇ ਗੁਆਂਢ ਦੇ ਵਿੱਚ ਜਿਹੜਾ ਉਹ ਬੈਠਾ। ਰੂਸ ਨੇ 2014 ਦੇ ਵਿੱਚ ਯੂਕਰੇਨ ਦੇ ਉੱਤੇ ਹਮਲਾ ਕਰਕੇ ਇਹਨੂੰ ਇਸ ਏਰੀਏ ਨੂੰ ਆਪਣੇ ਕਬਜ਼ੇ ਦੇ ਵਿੱਚ ਜਿਹੜਾ ਲਿਆ ਸੀਗਾ। ਜਿਹੜਾ ਡੋਨੇਟਸ ਤੇ ਲੋਹਾਂਸਕ ਹੈ, ਇੱਥੋਂ ਜਿਹੜਾ ਉਹਨਾਂ ਨੇ ਆਪਣੇ ਹਵਾਈ ਹਮਲੇ ਕੀਤੇ ਨੇ। ਰੂਸੀ ਸਰਹੱਦ ਦੇ ਉੱਤੇ ਜਿਹੜੇ ਸ਼ਹਿਰ ਨੇ ਉਧਰ ਜਿਹੜੇ ਲੋਕ ਨੇ ਉਹ ਭੱਜ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਬੜੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਵੀਡੀਓ ਸ਼ੇਅਰ ਹੋ ਰਹੇ ਨੇ ਔਰ ਇਹ ਕਿਹਾ ਜਾ ਰਿਹਾ ਕਿ ਯੂਕਰੇਨ ਦੇ ਵਿੱਚ ਪੁਤਿਨ ਨੂੰ UNO ਵੀ ਨਹੀਂ ਰੋਕ ਸਕਦਾ ਕਿਉਂਕਿ ਉਹਦੇ ਕੋਲੇ ਵੀਟੋ ਪਾਵਰ ਹੈ ਔਰ ਜੋ ਬਾਈਡਨ ਵੀ ਬੇਅਸਰ ਸਾਬਤ ਹੋਊਗਾ। ਜੋ ਬਾਈਡਨ ਹੋਰਾਂ ਨੇ ਭੜਕ ਤਾਂ ਮਾਰੀ ਸੀਗੀ, ਪਰ ਉਹ ਭੜਕ ਮਹਿਜ਼ ਜਿਹੜੀ ਉਹ ਭੜਕ ਹੈ, ਇਹਦੇ ਤੋਂ ਵੱਧ ਹੋਰ ਕੁਝ ਉਹ ਨਜ਼ਰ ਨਹੀਂ ਆਉਣੀ। ਜਿਹਦੇ ਕੋਲੇ ਵੀਟੋ ਪਾਵਰ ਹੈ UNO ਉਹਦਾ ਕੀ ਕਰ ਲੂਗਾ। ਉਂਝ ਵੀ ਜਦੋਂ ਤੋਂ UN ਜਿਹੜੀਆਂ ਨੈਟੋ ਫੋਰਸਿਸ ਸਰਗਰਮ ਹੋਈਆਂ ਨੇ, ਖਾਸ ਤੌਰ ਦੇ ਉੱਤੇ ਇਰਾਕ ਦੇ ਉੱਤੇ ਹਮਲਾ ਕੀਤਾ ਜਦੋਂ ਇਹਨਾਂ ਨੇ ਜੀ, ਉਹ ਅਮਰੀਕਾ ਨੇ UNO ਨੂੰ ਲਗਭਗ ਨਿਕੰਮਾ ਕਰਕੇ ਬਿਠਾ ਦਿੱਤਾ ਜੀ। ਨਹੀਂ ਤਾਂ ਕਿਸੇ ਟਾਈਮ UNO ਦਾ ਡੰਡਾ ਬੜਾ ਸਖਤ ਹੁੰਦਾ ਸੀਗਾ, ਉਹ ਰੋਕ ਹੀ ਨਹੀਂ ਪਾਇਆ। ਇਰਾਕ ਭੰਨ ਦਿੱਤਾ ਸਾਰਾ ਇਹਨਾਂ ਨੇ ਉਦੋਂ। ਫਿਰ ਅਫਗਾਨਿਸਤਾਨ ਕਿੱਡੀ ਦੂਰ ਆ ਕੇ ਹਮਲਾ ਕੀਤਾ, ਰਾਤ ਨੂੰ ਸੁੱਤੇ ਪਏ ਨੂੰ ਪਾਕਿਸਤਾਨ ਨੂੰ ਜਗਾ ਲਿਆ। ਉੱਠ, ਕਿਹਦੇ ਨਾਲ ਹੈ? ਮੇਰੇ ਨਾਲ ਹੈ। ਜੇ ਮੇਰੇ ਨਾਲ ਹੈ ਤਾਂ ਦੱਸ, ਜੇ ਨਹੀਂ ਹੈਗਾ ਤਾਂ ਦੱਸ, ਪਹਿਲਾਂ ਤੈਨੂੰ ਸਿੱਧਾ ਕਰ ਲਈਏ। ਇੱਥੋਂ ਜਿਹੜਾ ਜੀ ਉਹ ਬਹਿ ਕੇ ਉਹਨੇ ਅਫਗਾਨਿਸਤਾਨ ਭੰਨਿਆ
ਕਿੰਨੀ ਦੇਰ ਤੱਕ ਅਫਗਾਨਿਸਤਾਨ ਦੇ ਉੱਤੇ ਕਿੰਨਾ ਨੁਕਸਾਨ ਅਫਗਾਨਿਸਤਾਨ ਦਾ ਹੋ ਗਿਆ, ਕਦੇ ਕਿਸੇ ਨੇ ਇਸ ਮਾਮਲੇ ਦੇ ਉੱਤੇ ਮੇਰਾ ਖਿਆਲ ਹਿਸਾਬ ਕਿਤਾਬ ਲਾਇਆ ਹੀ ਨਹੀਂ। ਕਣਕ ਜਾ ਰਹੀ ਸੀ, ਇਹ 2-3 ਦਿਨ ਪਹਿਲਾਂ ਗਈ ਆ ਭਾਰਤ ਤੋਂ, ਔਰ ਉਹ ਵਿਚਾਰੇ ਦਾਣੇ ਦੇ ਵਾਸਤੇ ਮੁਹਤਾਜ ਹੋਏ ਪਏ ਆ। ਸਭ ਕੁਝ ਉੱਥੇ ਤਬਾਹ ਹੋ ਗਿਆ। ਹੁਣ ਯੂਕਰੇਨ ਦੇ ਵਿੱਚ ਵੀ ਮੈਨੂੰ ਇਹ ਲੱਗਦਾ ਜਿਸ ਕਿਸਮ ਦਾ ਇਹ ਹਮਲਾ, ਕਿ ਉੱਥੇ ਵੀ ਕੀ ਰਹਿ ਜਾਣਾ। ਭਾਰਤ ਦਾ ਇਸ ਪੱਖੋਂ ਵੀ ਲਿੰਕ ਉੱਥੇ ਹੈਗਾ ਜੀ, ਕਿ ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਦੇ ਵਿੱਚ ਪੜ੍ਹਦੇ ਆ। ਪੰਜਾਬ ਤੋਂ ਗਏ ਹੋਏ ਬਹੁਤ ਸਾਰੇ ਵਿਦਿਆਰਥੀ ਉੱਥੇ ਪੜ੍ਹਦੇ ਆ, ਕਈ ਇੱਧਰ ਨੂੰ ਆ ਰਹੇ ਆ। ਪਰ ਮੁਸ਼ਕਲ ਇਹ ਵੀ ਬਣੀ ਹੋਈ ਆ, ਭਾਰਤ ਦੀ ਆਪਣੀ ਕੋਈ 에ਅਰਲਾਈਨ ਹੈ ਨਹੀਂ ਜਿਹੜੀ ਲਿਆ ਸਕੇ, ਤੋਂ ਟਾਟਾ ਤੋਂ ਮਦਦ ਲਈ ਗਈ ਆ, ਕਿਉਂਕਿ 에ਅਰ ਇੰਡੀਆ ਟਾਟਾ ਨੂੰ ਦੇ ਦਿੱਤੀ ਗਈ ਆ। ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜੀ ਮੁਲਕ ਦੀ 에ਅਰਲਾਈਨ ਹੁੰਦੀ ਆ ਉਹ ਅਕਸਰ ਕੰਮ ਆਉਂਦੀ ਹੁੰਦੀ ਆ। ਹੁਣ ਜਿਹੜਾ ਯੂਕਰੇਨ ਆ, ਉਹਨੇ ਇਹ ਕਿਹਾ ਜਾਂਦਾ ਕਿ ਪ੍ਰਧਾਨ ਮੰਤਰੀ ਜਿਹੜੇ ਮੋਦੀ ਨੇ, ਉਹਨਾਂ ਨੂੰ ਵੀ ਇਹ ਗੱਲ ਕਹੀ ਆ ਕਿ ਤੁਹਾਡਾ ਜੀ ਉੱਥੇ ਆਧਾਰ ਹੈ, ਰੂਸ ਤੁਹਾਡੀ ਮੰਨਦਾ, ਉਹਨੂੰ ਸਮਝਾਓ ਇਹ ਹਮਲਾ ਨਾ ਕਰੇ। ਪਰ ਜਦੋਂ ਤੱਕ ਇਹ ਬਿਆਨਬਾਜ਼ੀ ਹੋਣੀ ਆ, ਜਦੋਂ ਤੱਕ ਗੱਲਬਾਤ ਚੱਲਣੀ ਆ, ਜਦੋਂ ਤੱਕ UN ਨੇ ਦਖਲ ਦੇਣਾ, ਉਦੋਂ ਤੱਕ ਰਸ਼ੀਆ ਨੇ ਪਤਾ ਨਹੀਂ ਯੂਕਰੇਨ ਦਾ ਕਿੰਨਾ ਕੁ ਹਿੱਸਾ ਜਿਹੜਾ ਜੀ ਉਹ ਤਹਿਸ ਨਹਿਸ ਕਰ ਦੇਣਾ, ਕਿੰਨੇ ਕੁ ਲੋਕਾਂ ਦੀ ਮੌਤ ਜਿਹੜੀ ਆ ਉਹ ਹੋ ਜਾਣੀ ਆ। ਅਜੇ ਤੱਕ ਕੋਈ 9 ਦੇ ਕਰੀਬ ਲੋਕਾਂ ਦੇ ਮਰਨ ਦੀ ਖਬਰ ਆ ਰਹੀ ਆ, ਪਰ ਇਹ ਮੌਤਾਂ ਇਦੋਂ ਜ਼ਿਆਦਾ ਔਰ ਇਦੋਂ ਵੱਡੀ ਗਿਣਤੀ ਦੇ ਵਿੱਚ ਹੋ ਸਕਦੀਆਂ ਨੇ। ਮੇਰੀ ਜਾਚੇ ਇਸ ਵੇਲੇ ਯੁੱਧ ਜਿਹੜਾ ਭੁੱਖਮਰੀ ਦੇ ਨਾਲ ਲੜਨ ਦਾ ਸਮਾਂ ਹੈ, ਗਰੀਬੀ ਦੇ ਨਾਲ ਲੜਨ ਦਾ ਸਮਾਂ ਹੈ, ਜਾਂ ਕਰੋਨਾ ਵਰਗੀ ਜਿਹੜੀ ਮਹਾਮਾਰੀ ਆ ਉਹਦੇ ਤੋਂ ਬਾਅਦ ਜਿਹੜੇ ਲੋਕਾਂ ਕੋਲੇ ਨੌਕਰੀਆਂ ਨਹੀਂ ਰਹੀਆਂ, ਲੋਕਾਂ ਕੋਲੇ ਰੋਟੀ ਖਾਣ ਨੂੰ ਪੈਸੇ ਨਹੀਂ ਰਹੇ, ਉਹਦੇ ਨਾਲ ਲੜਨ ਦੀ ਜ਼ਰੂਰਤ ਹੈ। ਕਿੰਨਾ ਪੈਸਾ ਇਹਨਾਂ ਹਥਿਆਰਾਂ ਦੇ ਉੱਤੇ ਬਰਬਾਦ ਕੀਤਾ ਜਾਊਗਾ, ਇਹ ਇਹਨਾਂ ਮੁਲਕਾਂ ਨੂੰ ਸੋਚਣ ਦੀ ਜ਼ਰੂਰਤ ਹੈ। ਪਰ ਪ੍ਰੋਬਲਮ ਇਹੀ ਆ ਕਿ ਵਿਸ਼ਵ ਦਾ ਥਾਣੇਦਾਰ ਕੌਣ ਹੈ? ਵੱਡੇ ਮੁਲਕ ਇਹੀ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਆ, ਆਪਣੇ ਆਪ ਨੂੰ ਵਧੀਆ ਸਾਬਤ ਕਰਨ ਲਈ ਜਾਂ ਦੁਨੀਆ ਦਾ ਥਾਣੇਦਾਰ ਸਾਬਤ ਕਰਨ ਲਈ। ਕਦੇ ਅਮਰੀਕਾ ਲੜਦਾ ਸੀ ਤੇ ਕਦੇ ਹੁਣ ਰੂਸ ਉਸੇ ਚੱਕਰ ਦੇ ਵਿੱਚ ਸ਼ਾਮਲ ਨਜ਼ਰ ਆਉਂਦਾ। ਪੰਨੂ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਲੜਾਈ ਦੀ ਲੋੜ ਤੇ ਭੁੱਖਮਰੀ ਨਾਲ ਹੈ, ਜਾਂ ਕੋਵਿਡ ਤੋਂ ਬਾਅਦ ਜਿਹੜੀ ਤਬਾਹ ਹੋਈ ਅਰਥ ਵਿਵਸਥਾ ਆ ਉਹਦੇ ਨਾਲ ਲੜਾਈ ਲੜਨ ਦੀ ਲੋੜ ਹੈ। ਪਰ ਥਾਣੇਦਾਰ ਤੇ ਥਾਣੇਦਾਰ ਹੁੰਦਾ ਹੈ, ਉਹਨੂੰ ਆਮ ਬੰਦਿਆਂ ਨਾਲ ਕੀ ਫਿਕਰ ਹੈ। 2-3 ਦਿਨਾਂ ਤੱਕ UNO ਕੀ ਕਰਦਾ ਹੈ, ਨੈਟੋ ਫੋਰਸਿਸ ਕੀ ਕਰਦੀਆਂ ਹਨ। ਪਰ ਜੇਕਰ ਨੈਟੋ ਫੋਰਸਿਸ ਰਸ਼ੀਆ ਦੇ ਖਿਲਾਫ ਵੀ ਆਉਂਦੀਆਂ ਹਨ, ਨੁਕਸਾਨ ਤੇ ਫਿਰ ਵੀ ਯੂਕਰੇਨ ਨੂੰ ਹੀ ਝੱਲਣਾ ਪਵੇਗਾ, ਕਿਉਂਕਿ ਲੜਾਈ ਦਾ ਨੁਕਸਾਨ ਉਸੇ ਜ਼ਮੀਨ ਤੇ ਹੋਣਾ ਹੈ, ਲੜਾਈ ਜਿਸ ਜ਼ਮੀਨ ਤੇ ਲੜੀ ਜਾ ਰਹੀ ਹੈ। ਪੰਨੂ ਸਾਹਿਬ, ਖਤਮ ਕਰਦੇ ਹਾਂ ਜੀ ਅੱਜ ਦੀ ਵਿਚਾਰ ਚਰਚਾ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡਾ ਸਾਥ ਦਿੱਤਾ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।